Afternoon, students. Good afternoon to all. Welcome to the page of Launchpad IAS and YouTube channel से थोड़ी क्लासेस चल रही हैं स्टार्ट्स दिया Launchpad IAS ਵੱਲੋਂ। हाँ जी क्लास। सो आप जो लास्ट टाइम डिस्कस करके गए थे वो टॉपिक था। गुड आफ्टरनून जी, गुड आफ्टरनून। आप लास्ट टाइम डिस्कस करके गए थे तो सारा याद होगा। कोरिलेशन पढ़े थे आप। ठीक है जी। कोरिलेशन ਤੁਹਾਨੂੰ क्लियर हो गया होगा। ਜਿਵੇਂ ਆਪਣੇ ਕੋਲ ਕੋਰਿਲੇਸ਼ਨ ਹੁੰਦਾ ਹੈ ਐਵੇਂ ਹੀ ਆਪਣੇ ਕੋਲ ਟਰਮ ਹੁੰਦੀ ਹੈ ਕੋਵੇਰੀਐਂਸ। ਵੇਰੀਐਂਸ ਆਪਾਂ ਪੜ੍ਹਿਆ ਥਾ। ਹੁਣ ਆਪਾਂ ਨੇ ਪੜ੍ਹਿਆ ਥਾ ਕੋਰਿਲੇਸ਼ਨ ਕਿਆ ਹੁੰਦਾ ਹੈ। ਕੋਰਿਲੇਸ਼ਨ ਬੇਸਿਕਲੀ ਰਿਲੇਸ਼ਨ ਹੁੰਦਾ ਹੈ ਦੋ ਕੁਆਂਟੀਟੀਜ਼ ਦੇ ਵਿੱਚ ਜਿਹੜੀਆਂ ਮੇ ਜਿਵੇਂ x ਹੈ ਇੱਕ ਉਹਦੀ ਅਲੱਗ-ਅਲੱਗ ਆਬਜ਼ਰਵੇਸ਼ਨ, y ਹੈ ਉਹਦੀ ਅਲੱਗ-ਅਲੱਗ ਆਬਜ਼ਰਵੇਸ਼ਨ, x ਤੇ y ਦੀਆਂ ਦੋ ਅਲੱਗ-ਅਲੱਗ ਆਬਜ਼ਰਵੇਸ਼ਨਸ ਦਾ ਜਿਹੜਾ ਰਿਲੇਸ਼ਨ ਆਪਾਂ ਲੱਭਦੇ ਆ ਉਹਨੂੰ ਬੋਲਦੇ ਆ ਕੋਰਿਲੇਸ਼ਨ। ਇਸ ਤਰ੍ਹਾਂ ਹੀ ਜਿਵੇਂ ਕੋਰਿਲੇਸ਼ਨ ਹੁੰਦਾ ਹੈ, ਇਸ ਤਰ੍ਹਾਂ ਹੀ ਕੋਵੇਰੀਐਂਸ ਹੁੰਦਾ ਹੈ। ਦੋ ਗੱਲਾਂ ਹੁੰਦੀਆਂ ਨੇ, ਕੋਰਿਲੇਸ਼ਨ ਤੇ Sure. ਕੋਵੇਰੀਐਂਸ। ਹੈਲੋ, ਹਾਂਜੀ ਠੀਕ ਹੈ ਜੀ। ਅਗਰ ਆਪਾਂ ਦੇਖੀਏ ਆਪਣੇ ਕੋਲ ਦੋ ਗੱਲਾਂ ਨੇ, ਇੱਕ ਹੁੰਦਾ ਕੋਰਿਲੇਸ਼ਨ, ਇੱਕ ਹੁੰਦਾ ਕੋਵੇਰੀਐਂਸ। ਸੋ ਕੋਵੇਰੀਐਂਸ ਆਪਾਂ ਦੱਸਦਾ ਕਿ ਕਿਵੇਂ ਦੋ ਰੈਂਡਮ ਡਾਟਾ ਆਪਸ ਵਿੱਚ ਜੁੜੇ ਹੈ। ਅਗਰ ਆਪਾਂ ਦੇਖੀਏ ਕੋਵੇਰੀਐਂਸ ਹੈ ਕਿਆ ਜੀ, ਕੋਵੇਰੀਐਂਸ ਮੈਜ਼ਰ ਕਰਦਾ ਹੈ ਟੂ ਰੈਂਡਮ ਵੇਰੀਏਬਲਸ ਨੂੰ ਟੁਗੇਦਰ ਐਂਡ ਕੈਲਕੂਲੇਟ ਕਰਦਾ ਹੈ ਐਵਰੇਜਿੰਗ ਆਫ देयर ਆਬਜ਼ਰਵੇਸ਼ਨਸ। ਠੀਕ ਹੈ ਜੀ। ਕੋਵੇਰੀਐਂਸ ਪੋਜ਼ਿਟਿਵ ਵੀ ਹੋ ਸਕਦਾ, ਨੈਗੇਟਿਵ ਵੀ ਹੋ ਸਕਦਾ ਹੈ। ਬੇਸਿਕਲੀ ਕੋਰਿਲੇਸ਼ਨ ਤੇ ਕੋਵੇਰੀਐਂਸ ਚ ਇੰਨਾ ਕੁ ਫਰਕ ਹੈ। ਕੋਵੇਰੀਐਂਸ ਮੈਜ਼ਰ ਕਰਦਾ ਹੈ ਹਾਊ ਮਚ ਟੂ ਰੈਂਡਮ ਵੇਰੀਏਬਲ ਵੇਰੀ ਟੂਗੇਦਰ, ਦੋ ਰੈਂਡਮ ਵੇਰੀਏਬਲ ਵੇਰੀ ਕਿਵੇਂ ਕਰਦੇ ਨੇ, ਕੋਵੇਰੀਐਂਸ। ਐਂਡ ਕੋਰਿਲੇਸ਼ਨ ਇੰਡੀਕੇਟ ਕਰਦਾ ਹਾਊ ਸਟਰੋਂਗਲੀ ਦੋ ਵੇਰੀਏਬਲਸ ਰਿਲੇਟਡ ਨੇ, ਆਪਸ ਚ Well, ਵੇਰੀ then ਕਿਵੇਂ ਕਰਨਾ ਤੇ ਆਪਸ ਚ ਰਿਲੇਟਡ ਹੋਣਾ। ਹੈਲੋ, ਹਾਂਜੀ ਸੰਜੀਵ ਜੀ। ਠੀਕ ਹੈ ਜੀ, ਦੋ ਗੱਲਾਂ ਹੁੰਦੀਆਂ ਨੇ। ਸੋ ਇੱਕ ਹੁੰਦਾ ਆਪਸ ਚ ਰਿਲੇਸ਼ਨ ਲੱਭਣਾ, ਇੱਕ ਹੁੰਦਾ ਆਪਸ ਚ ਵੇਰੀਐਂਸ ਲੱਭਣਾ। ਸੋ ਅਗਰ ਆਪਾਂ ਦੇਖੀਏ ਕੋਵੇਰੀਐਂਸ ਇਨਵੋਲਵ ਕਰਦਾ ਹੈ ਰਿਲੇਸ਼ਨਸ਼ਿਪ ਬਿਟਵੀਨ ਟੂ ਵੇਰੀਏਬਲਸ ਐਂਡ ਡਾਟਾ ਸੈਟ। ਜਿੱਥੇ ਅਗਰ ਆਪਾਂ ਗੱਲ ਕਰਦੇ ਹਾਂ ਕੋਰਿਲੇਸ਼ਨ ਇਨਵੋਲਵ ਕਰਦਾ ਰਿਲੇਸ਼ਨਸ਼ਿਪ ਬਿਟਵੀਨ ਮਲਟੀਪਲ ਵੇਰੀਏਬਲਸ ਐਜ਼ ਵੈਲ। ਕੋਵੇਰੀਐਂਸ ਦੋ ਦੇ ਵਿੱਚ ਹੈ, ਕੋਰਿਲੇਸ਼ਨ ਦੋ ਤੋਂ ਵੱਧ ਚ ਵੀ ਹੋ ਸਕਦਾ ਹੈ। ਕੋਰਿਲੇਸ਼ਨ ਤੇ ਕੋਵੇਰੀਐਂਸ ਦੀ ਆਪਾਂ ਗੱਲ ਕਰਦੇ ਹਾਂ, ਦੋਨੋਂ ਸਿਮਿਲਰ ਟਰਮਸ ਥੋੜੀ ਜਿਹੀਆਂ ਬਸ ਇਹ ਦੱਸਦੀਆਂ ਨੇ ਕਿ ਹਾਊ ਟੂ ਸੈਟ ਆਫ ਵੇਰੀਏਬਲਸ ਲਾਈਕ x ਐਂਡ y ਰਿਲੇਟਡ ਟੂ ਈਚ ਅਦਰ ਜਾਂ ਹਾਊ ਦੇ ਆਰ ਵੇਰੀ ਟੂ ਵਿਦ ਈਚ ਅਦਰ। ਸੋ ਆਪਾਂ ਕੋਰਿਲੇਸ਼ਨ ਕਰ ਚੁੱਕੇ ਹਾਂ ਜੀ। ਪਹਿਲਾਂ ਆਪਾਂ ਕੋਵੇਰੀਐਂਸ ਕੱਢਾਂਗੇ ਅੱਜ, ਦੈਨ ਟਾਈਮ ਬਚਿਆ ਤਾਂ ਰਿਗਰੈਸ਼ਨ ਤੇ ਵੀ ਜਾਵਾਂਗੇ। ਇਹੀ ਦੋ ਟੌਪਿਕ ਤੁਹਾਡੇ ਰਹਿ ਗਏ ਨੇ ਜਿਹੜੇ ਆਪਾਂ ਸੀਕੁਐਂਸ ਬੋਲਦੇ ਆ। ਇੱਕ ਰੈਂਕਿੰਗ, ਜਿਵੇਂ ਸੀਕੁਐਂਸ ਆਪਾਂ ਬੋਲਦੇ ਆ ਮੀਨ, ਮੀਡੀਅਨ, ਮੋਡ, ਵੇਰੀਐਂਸ, ਸਟੈਂਡਰਡ ਡੇਵੀਏਸ਼ਨ, ਮੀਨ ਡੇਵੀਏਸ਼ਨ, ਇਹ ਆਪਾਂ ਕਰ ਚੁੱਕੇ 6 ਟੌਪਿਕ। ਸੱਤਵਾਂ ਅਗਰ ਆਪਾਂ ਗੱਲ ਕਰੀਏ ਕੋਰਿਲੇਸ਼ਨ ਆਪਾਂ ਕਰ ਚੁੱਕੇ ਹਾਂ। ਠੀਕ ਹੈ ਜੀ। ਅੱਠਵਾਂ ਕੋਵੇਰੀਐਂਸ ਹੈ, ਨਾਈਨਥ ਕੋਰਿਲੇਸ਼ਨ। ਠੀਕ ਹੈ। ਦੈਨ ਇੱਕ ਰੈਂਕ ਆਏਗਾ, ਸਪੀਅਰਸਨ ਮੈਥਡ ਹੁੰਦਾ ਹੈ। ਠੀਕ ਹੈ। ਇਹ ਆਪਾਂ ਕਰਕੇ 10 ਟੌਪਿਕ ਕਲੀਅਰ ਹੋ ਜਾਣਗੇ ਆਪਣੇ। ਦੈਨ ਆਪਾਂ ਗ੍ਰਾਫਿਕਲ ਵੱਲ ਚੱਲਾਂਗੇ, ਦੈਨ ਆਪਾਂ ਮੂਵ ਕਰਾਂਗੇ ਪਾਈ ਚਾਰਟ, ਬਾਰ ਗ੍ਰਾਫ, ਠੀਕ ਹੈ ਜੀ, ਲਾਈਨ ਗ੍ਰਾਫ ਉਹਨਾਂ ਵੱਲ। ਐਂਡ ਦੈਨ ਲਾਸਟ ਪਰਸੈਂਟੇਜ ਬੇਸ ਕੁਝ ਕੁਐਸਚਨ ਆਉਂਦੇ ਨੇ ਸਟੈਟਿਸਟਿਕਸ ਦੇ, ਉਹ ਡੀਲ ਕਰਾਂਗੇ। ਸੋ ਲਾਂਚਪੈਡ ਆਈਐਸ ਵੱਲੋਂ ਜਿਹੜੀ ਥੋੜੀ ਸੀਰੀਜ਼ ਚੱਲ ਰਹੀ ਹੈ ਇਹ ਬਿਲਕੁਲ ਕੰਪਲੀਟ ਤੱਕ ਜਾਏਗੀ। ਤੁਹਾਨੂੰ ਕਿਸੇ ਵੀ ਹੋਰ ਸੋਰਸ ਦੀ ਲੋੜ ਨਹੀਂ ਪੈਣੀ। ਠੀਕ ਹੈ। ਬਸ ਤੁਸੀਂ ਇੱਕ ਵਾਰ ਡੈਡੀਕੇਸ਼ਨ ਨਾਲ ਜਿੰਨੀਆਂ ਅਸੀਂ ਸੀਰੀਜ਼ ਕਰਵਾ ਰਹੇ ਹਾਂ ਲਾਂਚਪੈਡ ਆਈਐਸ ਚੈਨਲ ਤੇ ਉਹਨੂੰ ਫੋਲੋ ਅਪ ਕਰੋ ਐਂਡ ਯੂ ਵਿਲ ਗੈਟ ਬੈਸਟ ਰਿਜ਼ਲਟ ਆਊਟ ਆਫ ਇਟ। ਠੀਕ ਹੈ ਜੀ। ਹੋਪਫੁਲੀ ਤੁਸੀਂ ਲਾਸਟ ਟਾਈਮ ਪੀਵਾਈਕਿਊ ਦੇਖੇ ਹੋਣੇ, ਔਰ ਜਿਹੜੀ ਲਾਸਟ ਕਲਾਸਿਸ ਹੋਣਗੀਆਂ ਉਹ ਸਿਰਫ ਪੀਵਾਈਕਿਊ ਤੇ ਹੀ ਹੋਣਗੀਆਂ। ਸੋ ਪੀਵਾਈਕਿਊ ਆਪਾਂ ਸ਼ੁਰੂ ਕਰ ਲੈਣੇ। ਇੱਕ ਵਾਰ ਮੈਨੂੰ ਹੈਗੀ ਕਿ ਟੌਪਿਕ ਕੰਪਲੀਟ ਕਰਦਾ ਦੈਨ ਪੀਵਾਈਕਿਊ ਤੇ ਆਨੇ ਆਪਾਂ। ਠੀਕ ਹੈ ਜੀ। ਸੋ ਇਨ ਸ਼ਾਰਟ ਗੱਲ ਇੰਨੀ ਕੁ ਹੈ, ਆਪਾਂ ਕੋਰਿਲੇਸ਼ਨ ਸਿੱਖ ਚੁੱਕੇ ਆ ਲਾਸਟ ਕਲਾਸ ਚ ਡੇ 8 ਵਾਲੀ। ਜੇ ਕੋਈ ਫਸਟ ਟਾਈਮ ਸਾਡੇ YouTube ਚੈਨਲ ਤੇ ਆ ਰਿਹਾ ਹੈ ਜਾਂ ਫਸਟ ਟਾਈਮ ਇਸ ਚੈਨਲ ਤੇ ਵਿਜ਼ਿਟ ਕਰ ਰਿਹਾ ਹੈ ਤਾਂ ਤੁਸੀਂ ਪੰਜਾਬ ਪੀਸੀਐਸ ਲਾਂਚਪੈਡ ਆਈਏਐਸ ਸਰਚ ਕਰੋਗੇ ਜਾਂ ਪੰਜਾਬ ਪੀਸੀਐਸ ਸਟੈਟਿਸਟਿਕਸ ਬਾਈ ਲਾਂਚਪੈਡ ਸਰਚ ਕਰੋਗੇ, ਤੁਹਾਡੇ ਕੋਲ ਸਾਰੀ ਸੀਰੀਜ਼ ਆ ਜੂਗੀ ਇਹ ਲਈ। ਤੇ ਉਸ ਦੇ ਉੱਪਰ ਡੇ 1 ਤੋਂ ਲੈ ਕੇ ਡੇ 8 ਤੱਕ ਸਭ ਕੁਝ ਅਪਲੋਡਡ ਹੈ ਆਲਰੇਡੀ, YouTube ਤੇ ਸਟ੍ਰੀਮ ਹੈ ਲਾਈਵ। ਤੁਸੀਂ ਉੱਥੇ ਜਾ ਕੇ ਇੱਕ ਵਾਰੀ ਰਿਵਿਊ ਕਰ ਸਕਦੇ ਹੋ। ਔਰ ਜਿਨ੍ਹਾਂ ਨੇ ਕਲਾਸਾਂ ਲਾ ਲਈਆਂ ਇੱਕ ਵਾਰੀ ਮੇਰੇ ਅਕੋਰਡਿੰਗਲੀ ਦੁਬਾਰਾ ਫੇਰ ਇੱਕ ਵਾਰੀ ਉਹ ਵੀਡੀਓਜ਼ ਨੂੰ ਦੇਖਿਓ। ਠੀਕ ਹੈ। ਤਾਂ ਕਿ ਤੁਹਾਡਾ ਇੱਕ ਵਾਰੀ ਕੰਸੈਪਟ ਹੋਰ ਪੱਕਾ ਹੋ ਜਾਏਗਾ, ਕਿਉਂਕਿ ਆਪਣੀ ਜਿਹੜੀ ਵੀਡੀਓਗ੍ਰਾਫਿਕ ਮੈਮਰੀ ਹੈ ਉਹ ਬਹੁਤ ਵਧੀਆ ਰਿਸਪੌਂਡ ਕਰਦੀ ਹੈ ਡਿਊਰਿੰਗ ਦਾ ਐਗਜ਼ਾਮ। ਔਰ ਸਭ ਤੋਂ ਇੰਪੋਰਟੈਂਟ ਕੀ ਹੈ, ਪ੍ਰੈਕਟਿਸ। ਅਗਰ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਕਿੰਨੇ ਅੱਛੇ ਤਰੀਕੇ ਨਾਲ ਪ੍ਰੈਕਟਿਸ ਕਰਦੇ ਹਾਂ। ਸੋ ਅੱਗੇ ਵਧਦੇ ਹਾਂ ਅੱਜ ਦੀ ਕਲਾਸ ਥਰੂ। ਅੱਜ ਦੀ ਕਲਾਸ ਆਪਾਂ ਕਰਾਂਗੇ ਕੋਵੇਰੀਐਂਸ ਪਹਿਲਾਂ। ਠੀਕ ਹੈ ਜੀ। ਸੋ ਹੋਪਫੁਲੀ ਜਿਨ੍ਹਾਂ ਲਾਸਟ ਤੱਕ ਕਰਾਇਆ ਤੁਸੀਂ ਪ੍ਰੈਕਟਿਸ ਕਰ ਲਈ ਹੋਣੀ। ਕੱਲ ਇੱਕ ਸ਼ੀਟ ਤੁਹਾਨੂੰ ਸਰ ਨੇ ਸ਼ੇਅਰ ਕੀਤੀ ਹੋਣੀ 50 ਕੁਐਸਚੰਸ ਦੀ, ਉਹ ਸ਼ੀਟ ਸੋਲਵ ਕਰ ਲਿਓ। ਉਸ ਡਾਊਟ ਡਿਸਕਸ਼ਨ ਕਲਾसेस ਮਿलेंगे ਤੁਹਾਨੂੰ।
ਹਲੇ ਸਾਨੂੰ ਇੱਕ ਵਾਰੀ ਕਿ ਜਿਹੜੇ ਟੌਪਿਕਸ ਨੇ ਉਹ ਕਲਾਸ ਡਿਸਕਸ ਕਰ ਲਈਏ ਆਪਾਂ, ਦੈਨ ਆਫਟਰ ਡਿਸਕਸ਼ਨ ਆਫ ਦਾ ਕਲਾਸ ਆਪਾਂ ਲਾਸਟ ਡਾਊਟ ਕਲਾਸਿਸ ਤੇ ਪੀਵਾਈਕਿਊ ਕਲਾਸਿਸ ਤੇ ਹੀ ਫੋਕਸ ਕਰਾਂਗੇ। ਸੋ ਹੈਡਿੰਗ ਪਾ ਲਓ ਕੈਲਕੂਲੇਸ਼ਨ ਆਫ ਕੋਵੇਰੀਅੰਸ। ਠੀਕ ਹੈ ਜੀ, ਲਿਖੋ ਜੀ। ਕੋਰਿਲੇਸ਼ਨ ਆਪਾਂ ਕਰ ਚੁੱਕੇ हैं, ਅੱਜ ਆਪਾਂ ਡੀਲ ਕਰਾਂਗੇ कैलकुलेशन ऑफ कोवेरिएंस। ठीक है जी, लास्ट टाइम ਆਪਾਂ ਡੀਲ ਕਰਕੇ ਗਏ थे कोरिलेशन ਤੇ, ਅੱਜ ਆਪਾਂ ਡੀਲ ਕਰ ਰਹੇ ਹਾਂ कोवेरिएंस ਤੇ। ਸੋ ਹੋਪਫੁਲੀ ਤੁਹਾਨੂੰ ਸਭ ਨੂੰ ਸਮਝ ਆਉਗੀ ਚੀਜ਼ਾਂ। ਠੀਕ ਹੈ ਜੀ, ਓਕੇ ਡਾਟਾ ਲਿਖਦੇ ਹਾਂ ਇਸ ਚ। ਸਪੋਜ਼ ਕਹਿੰਦੇ ਸਟੂਡੈਂਟਸ ਨੇ 5 ਸਟੂਡੈਂਟਸ ਨੇ, ਠੀਕ ਹੈ 5 ਸਟੂਡੈਂਟਸ ਦੇ ਮਾਰਕਸ ਆਏ, 5 ਸਟੂਡੈਂਟ ਦੇ ਕੁਝ ਮਾਰਕਸ ਆਏ। ਜਿਵੇਂ ਕਿ ਅਗਰ ਆਪਾਂ ਗੱਲ ਕਰਦੇ ਹਾਂ ਮੈਥ ਚ ਮਾਰਕਸ ਆਏ ਉਹਨਾਂ ਦੇ 10 12 14 16 18। ठीक है जी, और वाई ले लेने ਆਪਾਂ ਸਾਇੰਸ ਦੇ ਮਾਰਕਸ ਨੂੰ, ਉਹ ਆਏ ਲਾਈਕ 12 15 14 18 ਤੇ 20। ਠੀਕ ਹੈ, ਸੋ ਇਹ x ਦੇ ਮਾਰਕਸ ਹੋ ਗਏ, ਇਹ y ਦੇ ਮਾਰਕਸ ਹੋ ਗਏ। ਹੁਣ ਇਹਨਾਂ ਦਾ ਆਪਾਂ ਕੱਢਣਾ ਕੋਵੇਰੀਐਂਸ। ਕੋਵੇਰੀਐਂਸ ਮਤਲਬ ਕਿਵੇਂ ਡਾਟਾ ਵੇਰੀ ਕਰਦਾ ਹੈ। ਠੀਕ ਹੈ ਜੀ, ਸੋ ਕੋਵੇਰੀਐਂਸ ਆਪਾਂ ਕੱਢਾਂਗੇ ਤਾਂ ਸਭ ਤੋਂ ਪਹਿਲਾਂ ਜ਼ਰੂਰਤ ਆਪਾਂ ਨੂੰ ਪਏਗੀ ਮੀਨ ਦੀ। ਦੇਖੋ ਟੇਬਲ ਕੀ ਹੈ, ਜੋ ਮੈਂ ਹਰ ਵਾਰ ਫੋਕਸ ਕਰਦਾ ਹੁੰਦਾ ਕਿ ਸਭ ਤੋਂ ਜ਼ਰੂਰੀ ਹੁੰਦਾ ਮੇਰੇ ਲਈ ਟੇਬਲ ਯਾਦ ਰੱਖਣਾ, ਕਿ ਬੀਇੰਗ ਅ ਸਟੂਡੈਂਟ ਕਹਿ ਲਓ ਜਾਂ ਬੀਇੰਗ ਅ ਟੀਚਰ ਕਹਿ ਲਓ, ਮੈਨੂੰ ਹੁੰਦਾ ਕਿ क्या ਮੈਨੂੰ ਉਸ ਟੌਪਿਕ ਦਾ ਟੇਬਲ ਯਾਦ ਹੈ। ਜਿਵੇਂ ਆਪਾਂ ਕੋਰਿਲੇਸ਼ਨ ਕੱਢਿਆ था, कोरिलेशन का टेबल था पहला एक्स लिख लो, एक्स का मीन कट लो, मीन कट के dx कट लो, फिर dx स्क्वायर कर लो, राइट। फिर मैं क्या था y कट लो, y का मीन कट लो, dy कटो, dy स्क्वायर कटो। देन कोफिशिएंट ऑफ कोरिलेशन का फॉर्मूला था r इज इक्वल टू समेशन dx dy डिवाइड बाय अंडर रूट ऑफ समेशन dx स्क्वायर dy स्क्वायर। तो शायद तुम्हें याद होगा, आप बहुत अच्छी तरह प्रैक्टिस करके गए थे। सिमिलरली कोवेरिएंस की टेबल है वो देखते हैं। ठीक है, लेट्स नाउ पहला इस पे आप x लिख लांगे अपना। x की ऑब्जर्वेशन है 10 12 14 16 18 10 12 14 16 18। ਇਹਦਾ ਵੀ ਆਪਾਂ ਕਰ ਲਾਂਗੇ ਸਮ, ਸਮੇਸ਼ਨ ਕੱਢਾਂਗੇ ਕਿਉਂਕਿ ਇੱਥੇ ਵੀ ਮੀਨ ਕੱਢਣਾ ਆਪਾਂ ਨੇ। ਇਹਦਾ ਸਮ ਕਰਦੇ ਆ 8 14 18 20, 20 ਦੀ 0 0 2 3 4 5 6 7 ਚੈੱਕ ਕਰਨਾ क्लास 70 ਆ ਰਿਹਾ ਸਭ ਦਾ, ਨਾਲ ਨਾਲ ਹੱਥ ਚਲਾਈ ਚਲੋ। ਆਪਾਂ ਨੇ ਪਹਿਲਾਂ ਮੀਨ ਹੀ ਕੱਢਣਾ ਹੈ, ਚਾਹੇ ਕੋਵੇਰੀਐਂਸ ਕੱਢਣਾ ਹੋਵੇ ਚਾਹੇ ਕੋਰਿਲੇਸ਼ਨ ਕੱਢਣਾ ਹੋਵੇ। ਸਭ ਤੋਂ ਪਹਿਲਾਂ ਆਪਾਂ ਮੀਨ ਕੈਲਕੂਲੇਟ ਕਰਦੇ ਹਾਂ, ਪਲੀਜ਼ ਚੈੱਕ ਕਰੋ। ਠੀਕ ਹੈ, तो ਇੱਥੇ ਮੀਨ ਕਿੰਨਾ ਆ ਜਾਏਗਾ, ਇੱਥੇ ਮੀਨ ਦਾ ਫਾਰਮੂਲਾ ਬਣ ਜਾਏਗਾ, ਮੀਨ ਹੁੰਦਾ ਹੈ ਸਮੇਸ਼ਨ xi डिवाइड बाय n। ਸਮੇਸ਼ਨ xi ਹੈ 70, ऑब्जर्वेशन है अपने को 1 2 3 4 5, तब मीन आ गया 14। देखो मीन सब देखो 14 आ गया। ठीक है संजीव जी, वेरी गुड। सबसे पहले आप मीन ही कटना है। ठीक है, देन मीन कट के सेम चीज एक्स आई, इन्हें एक्स आई ही बोलते हैं, माइनस मीन करना है, एक्स आई माइनस मीन कटना है। तो पहला एक्स का टेबल बनेगा, फिर वाई टेबल बनेगा। नेगेटिव पॉजिटिव डज नॉट मैटर, तो सिर्फ मल्टीप्लाई फोकस करके मान लो। सो मीन आ गया 14, 10 माइनस 14 माइनस 4, 12 माइनस 14 माइनस 2, 14 माइनस 14 0 2 और 4। होपफुली देखो सब ਦਾ ਇੰਨਾ ਟੇਬਲ ਬਣਿਆ ਹੋਏਗਾ। ਅੱਜ ਆਪਾਂ ਕਰ ਕੀ ਰਹੇ ਹਾਂ, ਅੱਜ ਆਪਾਂ ਕੋਵੇਰੀਐਂਸ ਪੜ ਰਹੇ ਹਾਂ। ਕੋਵੇਰੀਐਂਸ ਦੇ ਲਈ ਤੁਹਾਡੇ ਕੋਲ ਇੱਕ x ਦਿੱਤਾ ਜਾਏਗਾ, ਇੱਕ y ਦਿੱਤਾ ਜਾਏਗਾ। ਜਦੋਂ x ਤੇ y ਦਿੱਤੇ ਜਾਣਗੇ ਤੁਹਾਡੇ ਫੋਕਸ ਇਹ ਰਹਿਣਾ ਚਾਹੀਦਾ ਕਿ ਠੀਕ ਹੈ ਤੁਸੀਂ x ਚੱਕੋ, x ਦੀ ਆਬਜ਼ਰਵੇਸ਼ਨ ਲਿਖੋ ਜਿੰਨੀਆਂ ਵੀ ਨੇ, x ਦੀ ਆਬਜ਼ਰਵੇਸ਼ਨ ਦਾ ਸਮ ਕਰਕੇ ਡਿਵਾਈਡ ਬਾਈ ਨੰਬਰ ਆਫ ਆਬਜ਼ਰਵੇਸ਼ਨ ਕਰ ਦਿਓ, ਉਥੋਂ ਮੀਨ ਆ ਜਾਏਗਾ। ਜਦ ਤੁਹਾਡੇ ਕੋਲ x ਦਾ ਮੀਨ ਆ ਜਾਏਗਾ ਫਿਰ ਉਹਦਾ ਡਿਫਰੈਂਸ ਲੈ ਲਓ xi ਦੇ ਨਾਲ। ਦੇਖੋ ਪਲੀਜ਼ ਇੰਨੀ ਗੱਲ ਸਮਝ ਆ ਗਈ ਹੋਏਗੀ। फिर आप इस तरह ही y की ऑब्जर्वेशन लिखांगे, इधर समेशन कर लोगे। अगर इधर समेशन देखोगे समेशन एक्स आई माइनस एक्स बार करोगे तो 4 2 6 माइनस 6 0 आ रहे हैं। नाउ पहला y की ऑब्जर्वेशन लिख लो, 12 15 14 18 ਤੇ 20। कोई कंपलसरी नहीं है कि कोई सेंडिंग ऑर्डर लगाना है, कुछ कोई ऐसी गल नहीं। सब तो पहला आप कैलकुलेशन कर रहे हैं कोवेरिएंस ਦੀ। ਕੋਵੇਰੀਐਂਸ ਕੱਢਣ ਦਾ ਤਰੀਕਾ ਹੁੰਦਾ ਹੈ ਕਿ ਤੁਸੀਂ x ਲਿਖੋ, x ਦਾ ਮੀਨ ਕੱਢੋ, xi ਦੇ ਨਾਲ ਉਹਦਾ ਆਬਜ਼ਰਵੇਸ਼ਨ ਟੇਬਲ ਬਣਾ ਲਓ, ਲਾਈਕ ਆਪਾਂ ਬਣਾ ਲਏ। ਠੀਕ ਹੈ, ਫਿਰ ਇਸ ਤਰ੍ਹਾਂ ਹੀ ਇੱਕ ਵਾਰੀ y ਲਿਖੋ, y ਦਾ ਮੀਨ ਕੱਢੋ। ਮੀਨ ਦਾ ਫਾਰਮੂਲਾ ਇੱਕੋ ਹੀ ਹੈ, ਪਹਿਲਾਂ ਤੁਹਾਨੂੰ ਸਮ ਕਰਨਾ ਪੈਣਾ ਹੈ, ਸਮ ਕਰਨ ਤੋਂ ਬਾਅਦ ਹੀ ਮੀਨ ਆਉਂਦਾ ਹੁੰਦਾ ਹੈ ਅਗਰ ਸਮ ਕਰਦੇ ਹੋ। ਹਾਂਜੀ, तो 7 ਤੇ 4 11 ਤੇ 18 19, 19 ਦਾ 9, 9 ਦਾ 7 8 9 सॉरी 19 ਦਾ 1
2 3 4 5 6 7 79 आ रहा है। चेक करो प्लीज। हाँ जी ठीक है जी। ਇਹਦਾ मीन कटो जरा। ठीक है, द मीन कटो। 158 नहीं, थोड़ा ये थोड़ा मीन आएगा। समेशन वाई दा 79/5 ये आएगा। पहले एक पे गया, फिर 5 पे आएगा, 45, 4 बचेगा, 0 लाके 8, 15.8 आएगा। हाँ जी हाँ जी ठीक है। 15.8 मीन आ गया। सो एग्जाम ਦੀ ਅਪਰੋਚ ਇਹੀ ਹੋਏਗੀ ਤੁਹਾਡੀ ਦੀ ਕਿ ਅਗਰ ਤੁਸੀਂ ਕੋਵੇਰੀਅੰਸ ਕੱਢ ਰਹੇ ਹੋ, ਲਾਸਟ ਟਾਈਮ ਕੋਰਿਲੇਸ਼ਨ था, ਫਰਕ ਯਾਦ ਰੱਖਿਓ। ਕੋਵੇਰੀਅੰਸ ਤੇ ਕੋਰਿਲੇਸ਼ਨ ਦੀ ਕੈਲਕੂਲੇਸ਼ਨ ਥੋੜਾ ਫਰਕ ਹੈ। ਉੱਥੇ ਆਪਾਂ ਇਸੇ ਨੂੰ ਡੀਐਕਸ ਕਹਿ ਰਹੇ, ਹੁਣ ਵੀ ਡੀਐਕਸ ਕਹਿ ਸਕਦੇ ਹਾਂ, ਨੋ ਪ੍ਰੋਬਲਮ ਐਟ ਆਲ। ਉੱਥੇ ਆਪਾਂ ਨੂੰ ਡੀਐਕਸ ਕਹਿ ਰਹੇ ਥੇ, ਪਰ ਮੈਨੂੰ ਲੱਗਦਾ ਕਿ ਕਨਫਿਊਜ਼ਨ ਨਾ ਹੋ ਜਾਏ, ਇਸ ਕਰਕੇ ਮੈंने x ਮਾਈਨਸ x ਬਾਰ ਰੱਖ ਲਿਆ। ਇਸ ਤਰ੍ਹਾਂ ਹੀ ਆਪਾਂ ਉਰੇ y ਮਾਈਨਸ y ਬਾਰ ਰੱਖ ਲਾਂਗੇ। वाई आई, ਇਹ वाई आई ਹੁੰਦਾ ਹੈ, ਆਬਜ਼ਰਵੇਸ਼ਨ ਹੁੰਦੇ ਨੇ। आई ਦਾ ਮਤਲਬ नंबर ऑफ ऑब्जर्वेशन है। ठीक है जी। सो लेट्स स्टार्ट। हम 12 - 15/8 -3.8, 15 - 15/8 0.8, 14 - 15/8 1.8, 18 - 15/8 अगर पता लगे 2, 2.2। ठीक है जी, 2.2। और v जो माइनस करांगे तब 4.2। ये डिफरेंस आ जाएगा। नाउ अपने को टेबल बन गया। एक्स, एक्स का मीन कटिया एक्स आई माइनस एक्स बार, वाई, वाई का मीन कटिया वाई माइनस वाई बार। नाउ वी हैव टू मल्टीप्लाई एक्स आई माइनस, वी हैव टू मल्टीप्लाई एक्स आई माइनस एक्स बार का वाई आई माइनस वाई बार। ये टेबल बन, ਇਹਦਾ ਸਮੇਸ਼ਨ ਕਰਨਾ। ਸੋ ਆ ਵਾਲੀ ਵੈਲਿਊ ਤੇ ਆ ਵਾਲੀ ਵੈਲਿਊ ਆਪਾਂ ਮਲਟੀਪਲਾਈ ਕਰਾਵਾਂਗੇ। ठीक है जी, ये दो वैल्यू अपनी मल्टीप्लाई होंगी। ओके, सो लेट्स स्टार्ट। 4 × 3.8 15.8, माइनस माइनस प्लस हो गए। 2 × 0.8 1.6, 0 × 1.8 0। ठीक है, 2 × 2.2 4.4, 4.4 × 4.2 16.8। इधर आप ले लेंगे समेशन एक्स आई माइनस एक्स बार दा वाई आई माइनस वाई बार। ठीक है जी, इस समेशन आप ले लेंगे। सो 8 14 20 28, 8 पॉइंट के बाद 2 5, 2 के बाद 7, 8 4 12, 6 18, 8 1 2 3 38.8। चेक करना जी, यही आ रहा है सबका। हाँ जी क्लास चेक करो कैलकुलेशंस। एक मिनट, 8 4 12, 8 4 12, 8 6 14 18 13 26 6 है। चेक करना। 36 15.2 13 12 13 8 32। हाँ सॉरी, जस्ट ऐसे मिस्टेक है। सॉरी क्लास, इतने आऊगा 0.2 आऊगा। 8 12 ते 8 20 होगा। ठीक है ठीक है ठीक है। 38 आएगा, सॉरी क्लास, 38 आएगा, सॉरी सॉरी, 38 आएगा। ठीक है जी संजीव जी, 38 आएगा, सॉरी। ओ बाय मिस्टेक मतलब लिखा गया था। नाउ हाँ जी। सो अगर आप देखें रहे कोवेरियंस का फॉर्मूला इतने हो जाएगा। कोवेरियंस एक्स ते वाई का ਇਹਦਾ ਫਾਰਮੂਲਾ ਹੋ ਜਾਏਗਾ ਸਮੇਸ਼ਨ एक्स आई माइनस एक्स बार वाई आई माइनस वाई बार डिवाइड बाय एन। सो 38 डिवाइड बाय 5 7.6 आंसर है। चेक देखो एक बार सर। हाँ जी देखो समझ आया सबने कोवेरियंस की होंगे। सो एक और एक ओवरव्यू देख ली, कोवेरियंस का।
हाँ जी क्लास सब लोग ओके होया। सो कोवेरियंस करने का तरीका की है। कोवेरियंस फाइंड करना वैल्यू ਹੁੰਦੀ ਹੈ ਕਿ ਆਪਾਂ ਨੂੰ ਇੱਕ x ਦਿੱਤਾ ਜਾਏਗਾ ਇੱਕ y ਦਿੱਤਾ ਜਾਏਗਾ। ਕੋਵੇਰੀਅੰਸ ਆਪਾਂ ਦੇਖ ਰਹੇ ਹੁੰਦੇ ਆ ਕਿ x y ਦੀ ਵੈਲਿਊ ਆਪਸ ਚ ਕਿਵੇਂ ਵੇਰੀ ਕਰ ਰਹੀਆਂ ਨੇ। x ਦੀ ਵੈਲਿਊ y ਨਾਲ ਕਿਵੇਂ ਵੇਰੀ ਕਰ ਰਹੀ ਹੈ, y ਦੀ ਵੈਲਿਊ x ਨਾਲ ਕਿਵੇਂ ਵੇਰੀ ਕਰ ਰਹੀ ਹੈ। ਸੋ ਵੇਰੀਏਸ਼ਨ ਫਾਈਂਡ ਕਰਨੀ ਹੁੰਦੀ ਹੈ x ਦੀ y ਨਾਲ, y ਦੀ x ਨਾਲ। ਉਹਦੇ ਲਈ ਆਪਾਂ ਕੋਵੇਰੀਅੰਸ ਕੱਢਦੇ ਆ। ਤਾਂ ਕੋਵੇਰੀਅੰਸ ਕੱਢਣ ਲਈ ਕੀ ਚਾਹੀਦਾ ਹੁੰਦਾ ਹੈ, ਇੱਕ x ਦਿੱਤਾ ਹੋਏਗਾ ਆਪਾਂ ਨੂੰ, ਇੱਕ y ਦਿੱਤਾ ਹੋਏਗਾ। ਸਭ ਤੋਂ ਪਹਿਲਾਂ ਆਪਾਂ x ਦਾ ਟੇਬਲ ਬਣਾ ਲਾਂਗੇ, ਫਿਰ ਆਪਾਂ ਉਹਦਾ ਮੀਨ ਕੱਢ ਦਾਂਗੇ। ਮੀਨ ਕੱਢ ਕੇ ਜੋ ਵੈਲਿਊ ਆਏਗੀ उसमें xi की कली कली ऑब्जर्वेशन चो माइनस करके लिख देंगे, which will give us xi minus x बार। सो इन्नी गल समझ आ गई होगी। सिमिलरली फिर आप एक y का टेबल बना लांगे। y का टेबल आके बस समेशन कर लांगे, समेशन करके डिवाइड बाय करांगे, मीन कढ लांगे। मतलब x की वैल्यू लिखो, x का मीन कढ लो। y की वैल्यू लिखो, y का मीन कढ लो। x का डिफरेंस x नाल ले लो, y का डिफरेंस y नाल ले लो मीन दा। फिर ਜਿਹੜੇ ਆ ਦੋ ਟੇਬਲ ਆਏ ਕਿਹੜੇ ਕਿਹੜੇ ਸਰ, ਇੱਕ ਵਾਰੀ ਬੰਦਾ ਕਹਿੰਦਾ ਇੱਕ ਵਾਰੀ ਆ x ਵਾਲਾ ਟੇਬਲ ਆਇਆ, ਇੱਕ ਵਾਰੀ y ਵਾਲਾ ਟੇਬਲ ਆਇਆ। ਇਹ ਦੋਨਾਂ ਵੈਲਿਊਜ਼ ਨੂੰ ਆਪਸ ਚ ਮਲਟੀਪਲਾਈ ਕਰਾ ਕੇ ਉਹਨਾਂ ਦਾ ਸਮ ਕਰ ਦੋ। ਮਲਟੀਪਲਾਈ ਕਰਕੇ ਸਮ ਕਰਕੇ ਜੋ ਵੈਲਿਊ ਆਏਗੀ, ਇੱਥੇ 38 ਆਈ ਹੈ, ਉਸ 38 ਵੈਲਿਊ ਤੋਂ ਅਗਰ ਆਪਾਂ ਕੋਵੇਰੀਅੰਸ ਕੱਢਣਾ ਹੈ ਤਾਂ ਕੋਵੇਰੀਅੰਸ ਦਾ ਫਾਰਮੂਲਾ ਹੁੰਦਾ ਹੈ ਸਮੇਸ਼ਨ xi ਮਾਈਨਸ x ਬਾਰ yi ਮਾਈਨਸ y ਬਾਰ ਬਾਈ n। n ਕੀ ਹੈ ਉਹਦੇ ਨੰਬਰ ਆਫ ਆਬਜ਼ਰਵੇਸ਼ਨ। ਤਾਂ 38 ਡਿਵਾਈਡ ਕਰਾਂਗੇ 5 ਨਾਲ, 7.6 ਆंसर आएगा। देखो क्लियर होया कि नहीं होया। एनीवन कोई डाउट किसी ने, प्लीज क्लास ऑफलाइन ऑनलाइन या ये यूट्यूब पे देख रहे हो प्लीज देखो, कोई डाउट है किसी ने। हाँ जी क्लास देखो जरा ध्यान। ओके गुड, सब लोग क्लियर है ऑफलाइन, ਇੱਥੇ ਕੋਈ ਡਾਊਟ ਤਾਂ ਨਹੀਂ ਕਿਸੇ ਨੂੰ। ਸੋ ਕਰਨਾ ਕੀ ਹੈ ਬੱਚੋ, ਸਭ ਤੋਂ ਪਹਿਲਾਂ x ਲਿਖੋ, x ਦਾ ਮੀਨ ਕੱਢੋ, ਉਹਦਾ ਡਿਫਰੈਂਸ ਲੈ ਲਓ। y ਕਰੋ, y ਦਾ ਮੀਨ ਲੈ ਲਓ, डिफरेंस ਕੱਢੋ। ਫਿਰ ਦੋਨੋਂ डिफरेंसेस ਨੂੰ ਮਲਟੀਪਲਾਈ ਕਰਾਓ, डिवाइड कर दो, यू विल गेट द कोवेरियंस। डन क्लियर ओके जी गुड। ਸੋ ਤੁਹਾਨੂੰ ਕੋਰਿਲੇਸ਼ਨ ਵੀ ਆ ਗਿਆ। ਕੋਰਿਲੇਸ਼ਨ ਚ ਕੀ ਥਾ ਬਸ ਇਸ ਜਗ੍ਹਾ ਤੇ, ਜਿਵੇਂ ਆਪਾਂ ਇਹ ਕੱਢ ਰਹੇ ਇਹਦਾ ਸਕੇਅਰ ਕਰਦੇ ਵੈਲਿਊਜ਼ ਦਾ, ਰਾਈਟ, दैट इज कोरिलेशन, दिस इज कोवेरियंस। ओके एक और क्वेश्चन करते हैं, फिर और क्लैरिटी आएगी थोड़ी जी। उनका थोड़ा हाथ बहुत ही चलूंगा अगली बार ना। सपोज करो आप कैलकुलेट करना है को वेरियंस, ठीक है, फॉर एक्स दिता हुआ आप मानो 12, 15, 18, 22, 25, वाई दिता हुआ आप मानो 10, 14, 16, 20, 26। ठीक है, ਹੁਣ ਆਪਣੇ ਕੋਲ ਦੋ ਵੈਲਿਊ ਦਿੱਤੀ ਹੋਈਆਂ ਨੇ x ਤੇ y। ਆਪਾਂ ਇਹਦਾ ਕੋਵੇਰੀਅੰਸ ਪਤਾ ਕਰਨਾ ਹੈ। ਸੋ ਕਲਾਸ ਅਲਟੀਮੇਟ ਗੇਮ ਜਿਹੜੀ ਘੁੰਮੇਗੀ ਉਹ ਥੋੜੀ ਪ੍ਰੈਕਟਿਸ ਤੇ ਹੀ ਘੁੰਮੇਗੀ। ਅਗਰ ਤੁਸੀਂ ਪ੍ਰੈਕਟਿਸ ਬਹੁਤ ਅੱਛੀ ਤਰ੍ਹਾਂ ਕਰ ਲੈਂਦੇ ਹੋ ਤਾਂ ਇਹ ਬਹੁਤ ਸੌਖਾ ਤੁਹਾਡੇ ਲਈ ਰਹਿਣ ਵਾਲਾ ਹੈ। ਇਹ ਜਿਹੜੇ 45 ਤੋਂ ਲੈ ਕੇ 15 ਮਾਰਕਸ ਦੇ ਕੁਐਸਚਨ ਨੇ ਸੈਕਸ਼ਨ 3 ਦੇ, ਅਗਰ ਆਪਾਂ ਗੱਲ ਕਰੀਏ GS 3 ਦੇ, ਸਟੈਟਿਸਟਿਕਸ ਵਾਲਾ ਪੋਰਸ਼ਨ ਬਹੁਤ ਈਜ਼ੀ ਹੈ। ਠੀਕ ਹੈ, ਲਾਂਚ ਪੈਡ ਦੀ ਟੀਮ ਵੱਲੋਂ ਤੁਹਾਡੇ ਲਈ ਹੋਰ ਵੀ ਸੈਟਸ ਆਫ ਐਫਰਟ ਕੀਤੇ ਆ ਰਹੇ ਨੇ, ਤੁਸੀਂ ਉਹਨਾਂ ਨੂੰ ਵੀ ਜਾ ਕੇ ਇੱਕ ਵਾਰੀ ਆਬਜ਼ਰਵ ਕਰੋ। ਕਾਫੀ ਕੁਝ ਤੁਹਾਡੇ ਲਈ ਉੱਥੇ ਫ੍ਰੀ ਆਫ ਕਾਸਟ ਚੱਲ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ जस्ट फॉर मनी ਦੇ ਕਰਕੇ ਪਿੱਛੇ ਨਾ ਰਹਿ ਜਾਏ। ਠੀਕ ਹੈ, ਜੋ ਲਾਂਚ ਪੈਡ ਦੇ ਅਗਰ ਆਪਾਂ ਡਾਇਰੈਕਟਰਸ ਦੀ ਸੋਚ ਹੈ ਉਹੀ ਹੈ ਕਿ ਹਰ ਬੱਚੇ ਤੱਕ ਐਜੂਕੇਸ਼ਨ ਪਹੁੰਚੇ ਤਾਂ ਕਿ ਤੁਹਾਨੂੰ ਇੱਕ ਕੰਪੀਟੀਸ਼ਨ 'ਚ ਐਜ ਮਿਲੇ। ਸੋ ਉਹਦੇ ਲਈ ਜ਼ਰੂਰੀ ਕੀ ਹੈ ਕਿ ਤੁਸੀਂ ਆਪਣੀ ਐਫਰਟਸ ਨੂੰ ਕਿੰਨੇ ਇਮਾਨਦਾਰੀ ਨਾਲ, ਕਿੰਨੇ ਓਨੈਸਟਲੀ ਕਰਦੇ ਹੋ। ਠੀਕ ਹੈ, ਤਾਂ ਪੀਸੀਐਸ ਮੇਨਸ ਦੇ ਲਈ ਜੋ ਸਟੈਟਸ ਦਾ ਪੋਰਸ਼ਨ ਹੈ ਉਹਦੇ ਲਈ ਤੁਹਾਨੂੰ ਕੋਈ ਸੋਰਸ ਦੀ ਲੋੜ ਨਹੀਂ ਫालतू। ਬਸ ਤੁਸੀਂ ਸਿਰਫ ਫੋਕਸ ਕਰੋਗੇ ਆਪਣਾ ਕਿ ਅਸੀਂ ਪ੍ਰੈਕਟਿਸ ਕਿੰਨੀ ਵਧੀਆ ਕਰ ਰਹੇ ਹਾਂ, ਕਿਉਂਕਿ ਇਹ ਸਾਰਾ ਕੁਝ ਅਸੀਂ ਤੁਹਾਨੂੰ ਇੱਥੇ ਇਸ ਮਾਧਿਅਮ ਦੇ ਥਰੂ ਕਰਵਾ ਦੇਣਾ ਹੈ। ਠੀਕ ਹੈ ਜੀ। ਸੋ ਹੁਣ ਆਪਣੇ ਕੋਲ ਕੋਵੇਰੀਅੰਸ ਕੈਲਕੂਲੇਟ ਕਰਨਾ ਹੈ। ਆਪਣੇ ਕੋਲ x ਤੇ y ਦਿੱਤੇ ਹੋਏ ਨੇ, ਮੈਨੂੰ ਲੱਗਦਾ ਕਾਫੀ ਆंसर ਆ ਵੀ ਗਏ होंगे जब तक मैं ਗੱਲ ਕੀਤੀ है। कुछ नहीं करना है सर, क्या करना है x लिखो, x की वैल्यू लिखो क्या है 12, 15, 18, 22, 25। ठीक है, कितनी ऑब्जर्वेशन ने चेक कर लो, 1 2 3 4 5, 1 2 3 4 5 सारिया ऑब्जर्वेशन ऐड कर। ठीक है, फिर ऐड करोगे 2 ते 5 7 ते 8 15, 15 ते 2 14, सॉरी 17, 5 22, 22 का 2, 2 ऊपर 2 3 4 5 6 7 8 9, 92। ठीक है जी, चेक करो क्या आंसर आ रहा है। मीन आ गया जी एक्स का। ठीक है गुड। सो मीन का फॉर्मूला ऐसे होएगा, एक्स का समेशन एक्स आई बाय, अगर आप गल करिए एन समेशन एक्स आई बाय एन समेशन एक्स आई 92 डिवाइड बाय 5, क्योंकि 5 ऑब्जर्वेशन ने आंसर आ जाएगा 18.4।
ठीक है जी, जिन्हें आ गया गुड। ਹੁਣ ਅਗਲਾ ਟੇਬਲ ਬਣਾਓ, ਅਗਲਾ ਸਟੈਪ ਕਰੋ, ਅਗਲਾ ਸਟੈਪ ਕਰੋ। ਠੀਕ ਹੈ, ਅਗਲਾ ਸਟੈਪ ਤੁਹਾਨੂੰ ਪਤਾ ਹੀ ਕਿਆ ਕਰਨਾ ਹੁੰਦਾ ਹੈ। ਹੁਣ ਅਗਲਾ ਸਟੈਪ ਹੈ ਕਿ ਤੁਸੀਂ xi ਮਾਈਨਸ x ਬਾਰ ਕਰਨਾ ਹੈ। ਠੀਕ ਹੈ, सो 18.4 दिमाग च रखो। 12 - 18.4 6.4, 15 जाएगा। 3.4 18 जाएगा। 0.4 22 जाएगा। अगर आप गल करिए 3.6 25 जो माइनस करांगे आप 6.4 चेक कर 6.6 चेक करना एक बारी। 17 8 ਜਾਂ ਫਿਰ y ਵਾਲੇ ਕੱਢੇ ਤੁਸੀਂ। ठीक है, फिर आप y लिखांगे और अपने को y है 10 14 16 20 26। ठीक है जी, वाई आई माइनस ਇਹਦਾ ਮੀਨ ਕਰਾਂਗੇ। ਪਹਿਲਾਂ ਮੀਨ ਕੱਢ ਲਈਏ, ਉਹਦੇ ਲਈ ਸਮੇਸ਼ਨ y ਕਰ ਲਈਏ। ठीक है जी, ठीक है गुड। ठीक है जी क्लास, ਇਹਦਾ ਸਮੇਸ਼ਨ ਕੱਢ ਲਓ। 4 6 10 6 16 16 ਦਾ 6 1 1 2 3 4 5 6 7 8 86 ਆ ਗਿਆ। ਸੋ ਇਹਦਾ ਮੀਨ ਆ ਜਾਏਗਾ y ਦਾ ਮੀਨ ਕਿਤੇ ਕੱਢ ਲਓ ਇੱਥੇ। y ਦਾ ਮੀਨ ਆ ਜਾਏਗਾ y ਦਾ ਮੀਨ ਆਏਗਾ समेशन y i डिवाइड बाय n 86 बाय 5 पहला 1 पे गया, 36 5 पे, 36 7 पे आएगा। ठीक है जी, देन 2 पे 17.2। ठीक है जी, वेरी गुड जिन्हें आया। सो प्लीज चेक कर दे आओ। फिर टेबल आओ 10 माइनस 17.2 माइनस 7.2। ठीक है जी, देन 14 माइनस 17.2 माइनस 3.2 माइनस 1.2। 20 तो माइनस करांगे 2.8। ठीक है जी, प्लस का हो जाएगा। 26 माइनस करांगे जो आप 8.8 आ जाएगा। चेक कर लो प्लीज एक बार, कैलकुलेशन चेक कर दे हो क्लास। ਅੱਜ तक वेरीफाई करो पहले, देखो तक ठीक है। फिर आप मल्टीप्लाई करावांगे xi माइनस x बार नो ते yi माइनस y बार। प्लीज चेक करना इतना ਇੰਨਾ ਕਲੀਅਰ ਹੈ, ਸਮਝ ਜਿੰਨਾ ਟੇਬਲ ਬਣਿਆ। ਸੋ ਕੋਵੇਰੀਅੰਸ ਕੱਢਣ ਲਈ ਕੀ ਗੱਲਾਂ ਹੁੰਦੀਆਂ ਨੇ। ਕੋਵੇਰੀਅੰਸ ਕੱਢਣ ਲਈ ਤੁਸੀਂ ਕੀ ਕਰੋਗੇ, ਸਭ ਤੋਂ ਪਹਿਲਾਂ ਤੁਹਾਡੇ ਕੋਲ x ਦਿੱਤਾ ਹੋਊਗਾ, x ਦਾ ਮੀਨ ਕੱਢ ਕੇ x ਦੇ ਮੀਨ ਦਾ ਡਿਫਰੈਂਸ ਲੈ ਲਾਂਗੇ ਉਹਦੀ ਆਬਜ਼ਰਵੇਸ਼ਨਸ ਨਾਲ। ਦੈਨ ਫਿਰ ਆਪਾਂ y ਦੇਖਾਂਗੇ, y ਦਾ ਮੀਨ ਕੱਢ ਕੇ ਉਹਦਾ ਡਿਫਰੈਂਸ ਲੈ ਲਾਂਗੇ y ਦੀ ਆਬਜ਼ਰਵੇਸ਼ਨ ਨਾਲ। ਜਦੋਂ ਡਿਫਰੈਂਸ ਆ ਜਾਏਗਾ ਕਿਸ ਕਿਸ ਦਾ, ਇੱਕ x ਬਾਰ ਦਾ x ਨਾਲ, y ਬਾਰ ਦਾ y ਨਾਲ, ਦੈਨ ਉਹਦਾ ਪ੍ਰੋਡਕਟ ਕਰ ਦਾਂਗੇ। ਠੀਕ ਹੈ ਜੀ, ਹੁਣ ਪ੍ਰੋਡਕਟ ਕਰੀ ਜਾਵਾਂਗੇ ਆਪਾਂ, ਆਂਸਰ ਆਈ ਜਾਣਗੇ। ਸੋ ਇੱਥੇ ਤੱਕ ਦੇਖੋ ਕਿਸੇ डाउट है। और प्लीज कैलकुलेशन खुद करनी है, कोई कैलकुलेटर यूज नहीं करेगा क्योंकि एग्जाम ਦੇ ਵਿੱਚ कैलकुलेटर अलाउड नहीं है। और प्लस माइनस मल्टीप्लाई करोगे आंसर माइनस आएगा। ठीक है, सो लेट्स मल्टीप्लाई 6.4 नो 7.2 का। हाँ जी क्लास, क्या रिस्पॉन्स आ रहा है 46.08 नेगेटिव जाएगा देखो। हाँ जी ठीक है गुड। देन उस तो बाद मल्टीप्लाई करांगे 3.4 नो 3.2 ਦੇ ਨਾਲ। 3.4 3.2 माइनस 10.88। तो भी नेगेटिव पॉजिटिव मल्टीप्लाई होके अगर आप अगर करें नेगेटिव दंदे ने। ठीक है, देन उसके बाद 0.4 ਤੇ ਮਲਟੀਪਲਾਈ ਕਰਾਂਗੇ 1.2 ਦੇ ਨਾਲ 0.48 ਆਏਗਾ। ਇਹ ਵੀ नेगेटिव। नेगेटिव क्यों आ रहे सारे, बिकॉज पॉजिटिव नेगेटिव नेगेटिव। ठीक है जी, देन 3.6 मल्टीप्लाई 2.8 आंसर आऊगा। 3.6 मल्टीप्लाई 2.8 10.08। एंड देन अगर आप अगर करें लास्ट 6.6 नो मल्टीप्लाई करावांगे 8.8 नाल, आंसर आएगा 58.08। चेक करो प्लीज कैलकुलेशंस। यस बिल्कुल ठीक है, बिल्कुल सही कह रहे हो। पॉजिटिव इसलिए नहीं आया बिकॉज एक्स आई माइनस इज नेगेटिव। ठीक है जी, हाँ जी क्लियर हो गया डाउट छोटा या डाउट चाहिए। ਸਰ ਮੇਰਾ ਡਾਊਟ ਹੈ ਹਜੇ ਵੀ। हाँ जी हाँ जी बोलो प्लीज। ਸਰ ਫਸਟ 3 ਟਰਮਸ ਦੇ ਵਿੱਚ ਪੋਜ਼ਿਟਿਵ ਨਹੀਂ ਆਏਗਾ ये वाला जी, ਬਿਕੋਜ਼ xi ਮਾਈਨਸ x ਮੀਨ ਐਂਡ yi ਮਾਈਨਸ y ਮੀਨ ਇਹ ਦੋਨੋਂ 네ਗੇਟਿਵ ਨੇ।
नहीं आ देखो ना चीज, ओके ना, बट मिस्टेक कर गए शायद, सॉरी सॉरी, दो दूसरी और मिस्टेक हो गई। ਇੱਥੇ x ਆਇਆ था अपने को 18.4 है ना जी, 18.4 जो 12 गए -6.4, और ਇੱਥੇ माइनस, ठीक है सही कह रहे हो, बिल्कुल ठीक, सॉरी एक्सट्रीमली सॉरी, मतलब मेरे तो दो बार शायद मिस्टेक हुई, मैं ध्यान नहीं देता, फिर सारी पॉजिटिव हो जाएगा फिर था, तो पॉजिटिव हो जाएगा सारा फिर, सॉरी सर। हाँ जी, फोन देखना क्लियर हो गया जी। फर्स्ट टाइम में मतलब इसमें मिस्टेक होनी नहीं चाहिए कभी भी, चाहे वो टीचर लेवल थे चाहे स्टूडेंट लेवल थे, ठीक है। आई डोंट नो कि मैं हुई है, पर चलो कोई नहीं, ठीक है, प्लीज करेक्ट कर लो क्लास, अपना ध्यान नहीं गया इस गल से, क्योंकि जी एक्स की वैल्यू है मीन दी 18.4 है, आप जस्ट डिफरेंस लिख लिया, पर नेगेटिव चेक करना पਊਗਾ, क्योंकि ਇਹ ਹੁੰਦਾ ਕਈ ਵਾਰ ਨਾ ਬੈਕ ਆਫ ਦਾ ਮਾਈਂਡ ਚੱਲ ਰਿਹਾ ਹੁੰਦਾ ਹੈ ਕਿ ਆਪਣੇ ਕੋਲ ਮੋਡੂਲਸ ਹੁੰਦਾ ਹੈ, ਬਸ ਪੋਜ਼ਿਟਿਵ ਲਿਖੀ ਚੱਲੋ ਜਿਵੇਂ ਬਾਕੀ ਜੇ ਆਪਾਂ ਕਰਦੇ ਹਾਂ, ਸੋ ਦੈਟਸ ਵਾਈ ਇਟ ਹੈਪਨ, बट कोई गल नहीं क्लास, मेक इट नेगेटिव, पहली तीन ऑब्जर्वेशन नेगेटिव होंगे एक्स वाली भी, क्यों होंगे तेरे सामने रिजल्ट, एक मिनट अपन लाइना कट करिए पहले ना, ताकि अपना आइडिया होगा। हाँ जी प्लीज दोबारा देखो एक बार सारे, कोई गल नहीं, पहला अपने को एक्स था 12 15, एक्स था अपने को 12 15 18 22 25, ठीक है क्लास, मेक इट क्लियर। उस तो बाद की किया एक्स का सम कर लिया, एक्स का सम करके अपने को आया 18.4, एक्स चो माइनस करांगे आप वैल्यू जिਵੇਂ 12 -18.4 -6.4, 15 -18.4 -3.4, 18 -18.4 0.4, होपफुली ठीक है, क्योंकि ऑब्वियस गल है आप एक्स आई माइनस एक्स बार कर रहे हैं, और एक्स बार की वैल्यू वड्डी है, जब तक एक्स बार की वैल्यू एक्स आई तो वड्डी रहेगी आंसर नेगेटिव आएगा, पर जिਵੇਂ ही एक्स आई वड्डा हो जाएगा तब पॉजिटिव आ जाएगा। सो फर्स्ट थ्री ऑब्जर्वेशन आर नेगेटिव एंड नेक्स्ट टू आर पॉजिटिव इन केस ऑफ एक्स आई पहला, होपफुली डन हो गया हम सारा ही, जय क्लियर हो गया, डाउट क्लियर कर सकता, ओके जी ठीक है, ठीक है। देन उसके बाद वाई का मीन कढ़िया ਆਪਾਂ ਨੇ, वाई का समय करके आया 86, 86 डिवाइड करता 5 ਨਾਲ 17.2, देन जो वाई ਨਾਲ ऑब्जर्वेशन लांगे 10 -17.2 -7.2, 14 -17.2 -3.2, 16 -17.2 -1.2, 20 चो -17.2 2.8, 26 चो -17.2 8.8, होपफुली ये भी समझ आ गया। नाउ अपन नेगेटिव नेगेटिव मल्टीप्लाई करावांगे, डेफिनेटली पॉजिटिव आएगा, फिर नेगेटिव नेगेटिव करावांगे फिर पॉजिटिव आएगा, फिर नेगेटिव नेगेटिव मल्टीप्लाई करावांगे पॉजिटिव आएगा, पॉजिटिव के केस का पॉजिटिव आना ही है, देन अगेन ये पॉजिटिव आएगा। थोड़ा सम कर लो प्लीज पहले, कोई थोड़ा केयरफुलनेस दिखाओ, फिर मेरे एंड से भी थोड़ी मिस्टेक हुई है, एवं दी होनी नहीं चाहिए मिस्टेक, ठीक है, प्लीज इन्हें ऐड करो एक बार सारे, ओके जी। बाकी कैलकुलेशन करो क्लास, ये थोड़ा आंसर आया है सम करके, ऑनलाइन स्टूडेंट्स देखो एक बार थोड़ा कोई सी होर दा कुछ सम क्या आ रहा है, पहला सम दसो मैंने कितना आ रहा है, पहला है 46.08, फिर अपने को है 10.88, फिर अपने को है 0.48, फिर अपने को है 10.08, फिर सर अपने को अपने को फर्स्ट वाले दा 148.08 नहीं होना चाहिए, 1 48 48.08 6.4 मल्टीप्लाई बाय 7.2 है ना सी कर दे में, यानी 64 ਨੂੰ 72 ਨਾਲ ਮਲਟੀਪਲਾਈ ਕਰ ਰਹੇ ਨਾ ਆਪਾਂ, हाँ जी 54 बात ना कर रहे हैं, बिल्कुल ठीक है, ਇਹ 48.08 नहीं होना चाहिए, 46.08 आ रहा है जी, चेक करना प्लीज, मैं दोबारा चेक कितना है, 46 कर लो कोई आराम ना कर लो, कोई जल्दबाजी नहीं है, क्योंकि जब तक कैलकुलेशन ठीक नहीं आएगा तो पता नहीं। हाँ जी हाँ जी कोई गल नहीं, आराम ना कर लो, यही टाइम अपना पेपर भी लगना, यही टाइम आप कैलकुलेशन करके सीख लांगे तो हो जाऊगा। पहला आप 6.4 ਨੂੰ ਮਲਟੀਪਲਾਈ ਕਰ ਰਹੇ ਹਾਂ 7.2 ਨਾਲ 46.08 आ रहे हैं, चेक करो, देन आप ठीक है 3 सर, पॉइंट, ठीक है ठीक है सर, जी, 46 ओके जी, 46.08 हाँ जी हाँ जी वही लिखे बोर्ड पे, देन 3.4 ਨੂੰ ਆਪਾਂ ਮਲਟੀਪਲਾਈ ਕਰ ਰਹੇ 3.2 ਨਾਲ, ਇਹ ਆ ਰਿਹਾ 10.88,
ਦੈਨ 0.4 ਨੂੰ ਆਪਾਂ ਮਲਟੀਪਲਾਈ ਕਰ ਰਹੇ ਹਾਂ 1.2 ਦੇ ਨਾਲ 0.4 ਮਲਟੀਪਲਾਈ ਕਰ ਰਹੇ ਹਾਂ 1.2 ਦੇ ਨਾਲ ਦੈਨ ਆਨਸਰ ਆ ਰਿਹਾ 0.48 ਦੈਨ 3.6 ਮਲਟੀਪਲਾਈ ਕਰ ਰਹੇ ਹਾਂ ਆਪਾਂ 2.8 ਦੇ ਨਾਲ ਆਨਸਰ ਆ ਰਿਹਾ 10.08 ਜੈਵੀਰ ਸ਼ਾयद थोड़ा सम थोड़ा ਜਿਹਾ ਫਰਕ ਲੱਗ ਰਿਹਾ ਮੈਨੂੰ आई डोंट नो क्यों ਇੱਕ ਵਾਰ ਚੈੱਕ ਕਰੋ ਪਲੀਜ਼ क्योंकि 1 2 3 4 5 8 5 40 इसे जीरो आऊगा शायद चेक करना एक बारी मैं भी ताही कैलकुलेशन चेक कर रहे हैं 2 बार मिस्टेक होगी मेरे तो मतलब मैंने ना ਸਰ आपने ਲਾਸਟ बड़ा ਵਾਲੇ ਦਾ ਸਮ ਕਿੰਨਾ ਹੈਗਾ 6 ਪੁਆਇੰਟ ਤੁਹਾਡੀ ਸਕਰੀਨ ਅੱਜ ਕਲੀਅਰ ਜੀ ਨਹੀਂ ਆ ਰਹੀ ਕੁਝ ਹੁਣ देखना जी एक बारी ਲਾਸਟ ਵਾਲੇ ਦਾ ਸਮ ਜਿਹੜਾ ਹੈਗਾ 6.6 ਮਲਟੀਪਲਾਈ ਬਾਈ 8.8 58.8 ਹੈ ਨਾ 58.08 ਹਾਂ 58.08 ਠੀਕ ਹੈ ਸਰ बिल्कुल जी ਉਹ ਨਾ बिल्कुल ਹੁਣ ठीक है ਥੋੜੀ जी ਵਿਜ਼ਨ ਥੋੜੀ ਕਲੀਅਰ ਜਿਹਾ ਨਹੀਂ ਹੈਗਾ ਜਾ ਰਿਹਾ मैं एक बार टीम नाल पूछ रहा टेक्निकल टीम पूछ हाँ रहा एक बारी एक बार हाँ सर कर लो एक बार हाँ जी हाँ तभी जी ना श्योर जी मैं मिस्टेक नहीं हो रही है क्लियर या नहीं आ रहा मैं नहीं टोटल नहीं बिल्कुल जी, कैलकुलेशन बिल्कुल करने लगा बस कोई गल नहीं कुछ तुझे सम करो जैविर ठीक सम है चेक सर करो और इको चेक हाँ जी क्लास हाँ जी बिल्कुल जैविर मैं भी सोच रहा हूँ सम तो मैं कितना है कुछ अलग आ रहा है पर चलो कोई गल नहीं सम दोबारा चेक करते हैं 1 2 3 4 5 हो गए 8 5 40 जीरो 4 कैरी 4 8 12 4 16 16 का 6 1 कैरी 6 7 15 5 1 कैरी 1 ते 4 5 6 7 5 12 125.60 आ रहा है चेक करना 125.60 आ रहा है चेक करना क्लास सो ਜਿਹੜਾ ਕੋਵੇਰੀਅंस ਹੋਏਗਾ xy ਦਾ ਉਹ ਹੋ ਜਾਏਗਾ ਸਮੇਸ਼ਨ xi माइनस x बार yi माइनस y बार बाय n चेक करो प्लीज सम हाँ जी कोई गल नहीं जयवीर चेक करो तब 125.60 डिवाइड बाय 5 क्योंकि अपने को 5 ऑब्जर्वेशंस ने हाँ जी हुन ठीक है सम थोड़ा संजीव चेक करना क्लियर आ रहा विजन हुन हाँ जी चेक करो प्लीज एक बार जे किसी डाउट है तो ओके 125.60 डिवाइड बाय 5 कराएंगे ऑब्जर्वेशन 25.12 25.12 हाँ चेक करो दिस इज द कोवेरियंस ऑफ दिस पर्टिकुलर क्वेश्चन एंड चेक करना प्लीज सो होपफुली क्लियर हाँ जी गुड ठीक आंसर है सो क्लास होपफुली मैंने लगा ਤੁਹਾਨੂੰ ਕੋਵੇਰੀਅੰਸ ਈਜ਼ੀ ਲੱਗਿਆ ਹੋਊਗਾ ਕੋਵੇਰੀਅੰਸ ਕੁਝ ਨਹੀਂ ਕਰਨਾ ਆਪਾਂ ਨੇ ਕੋਵੇਰੀਅੰਸ ਦਾ ਫਰਸਟ ਸਟੈਪ ਇਹ ਹੈ ਕਿ x ਤੇ y ਤੁਹਾਨੂੰ ਦਿੱਤੇ ਹੋਣਗੇ ਸਭ ਤੋਂ ਪਹਿਲਾਂ x ਲਿਖੋ x ਦਾ ਮੀਨ ਕੱਢ ਲਓ ਦੈਨ x ਦੇ ਮੀਨ ਦਾ ਡਿਫਰੈਂਸ ਲੈ ਲਓ ਉਹਦੀ ਆਬਜ਼ਰਵੇਸ਼ਨਸ ਨਾਲ ਠੀਕ ਹੈ ਇਹ ਟੇਬਲ ਬਣਾ ਲਓ ਦੈਨ y ਲਿਖ ਲਓ y ਦਾ ਮੀਨ ਕੱਢ ਲਓ ਉਹਦਾ y ਮਾਈਨਸ y ਪਾਰ ਕਰ ਦਿਓ ਠੀਕ ਹੈ ਜੀ ਜਦੋਂ ਇਹ ਦੋਨੋਂ ਗੱਲਾਂ ਹੋ ਜਾਣਗੀਆਂ देन इन्होंने मल्टीप्लाई कराओ आपस में किसको मल्टीप्लाई कराना है ਜਿਹੜਾ ਡਿਫਰੈਂਸ ਟੇਬਲ ਹੈ x ਆਈ ਦਾ ਉਹਦੇ ਮੀਨ ਨਾਲ ਜਿਹੜਾ y ਆਈ ਦਾ ਡਿਫਰੈਂਸ ਉਹਦੇ ਮੀਨ ਨਾਲ ਦੋਨਾਂ ਨੂੰ ਮਲਟੀਪਲਾਈ ਕਰਾ ਕੇ ਤੁਹਾਡੇ ਕੋਲ ਜੋ ਸਮ ਆ ਰਿਹਾ ਹੈ ਉਹ ਸਮ ਲਿਖ ਕੇ ਉਹਦਾ ਸਮੇਸ਼ਨ ਕਰ ਦੋ ਸਮੇਸ਼ਨ ਡਿਵਾਈਡ ਬਾय n ਕਰ ਦੋ ਯੂ ਵਿਲ ਗੈਟ ਦਾ ਰਾਈਟ ਆਨਸਰ ਠੀਕ ਹੈ ਜੀ ਹਾਂਜੀ ਜੀ ਗੁੱਡ ਦੇਖੋ ਸਭ ਨੂੰ ਕਲੀਅਰ ਹੋਇਆ ਸੋ ਹੋਪਫੁਲੀ ਜਿੰਨੀ ਹੁਣ ਤੱਕ ਕਲਾਸ ਕੰਟੀਨਿਊ ਹੋਈ ਹੈ ਇਹਦੇ ਵਿੱਚ ਤੁਹਾਨੂੰ ਕੋਵੇਰੀਅੰਸ ਆ ਗਿਆ ਹੋਵੇਗਾ ਸੋ ਇਹ ਚੀਜ਼ਾਂ ਤੁਹਾਨੂੰ ਮੇਰੇ ਹਿਸਾਬ ਨਾਲ ਬਹੁਤ ਪੱਕੀਆਂ ਹੋ ਗਈਆਂ ਕਿ ਮੀਨ ਕਿਵੇਂ ਕੱਢਣਾ ਹੈ ਮੀਨ ਤਾਂ ਮਤਲਬ ਰਟੀ ਗਿਆ ਹੋਣਾ ਬਾਰ-ਬਾਰ ਆਪਾਂ ਹਰ ਚੀਜ਼ ਮੀਨ ਕੱਢ ਰਹੇ ਹਾਂ ਕੱਲ ਆਪਾਂ ਕੱਲ ਦੀ ਜਿਹੜੀ ਸੌਰੀ ਪਰਸੋਂ ਦੀ ਕਲਾਸ ਥी उस भी ਆਪਾਂ ਨੇ ਦੇਖਿਆ था
कि ਆਪਾਂ ਕੋਰਿਲੇਸ਼ਨ ਕੱਢਣ ਵਕਤ ਵੀ ਮੀਨ ਕੱਢ ਰਹੇ थे, ਮੀਨ ਤਾਂ ਪੱਕਾ ਹੀ ਹੋਗਾ, ਕੁਝ ਨਹੀਂ ਕਰਨਾ ਹੁੰਦਾ, जस्ट सम करके ऐड करके है ना, डिवाइड बाय नंबर ऑफ ऑब्जर्वेशन कर दो, मीन आ जाऊगा। सो इन शॉर्ट ये थोड़े हम कंसेप्ट पक्के होने चाहिए कि मीन की है, मीडियन की है, मोड की है, पहला तीन हो गए, क्योंकि बाकी पीवाईक्यू भी देखोगे ना तो थोड़े को मीन मीडियन मोड हर बार आ रहे हैं। ओके, उस तो अगे वेरिएंस की है, स्टैंडर्ड डेविएशन की है, ओके हो गया, डन होगी गल। देन आफ्टर कोरिलेशन कोवेरिएंस क्लियर हो गया, मीन डेविएशन क्लियर होगी। बट इससे क्वेश्चन ਤੁਹਾਨੂੰ प्रोवाइड हो चुके ने कल, ठीक है जी। 50 क्वेश्चन ਦੀ ਅਸਾਈਨਮੈਂਟ ਜਾਂ ਟੈਸਟ ਕਹ ਲਓ, ਮੌਕ ਟੈਸਟ ਮਿਲੂਗਾ ਤੁਹਾਨੂੰ, ਉਹ ਪ੍ਰੈਕਟਿਸ ਕਰਿਓ ਵੱਧ ਤੋਂ ਵੱਧ। ਉਸ ਚ ਹਰ ਤਰ੍ਹਾਂ ਦਾ ਕੁਐਸਚਨ ਹੈ, ਇੰਡੀਵਿਜੂਅਲ ਸੀਰੀਜ਼ ਤੇ, XI FI ਤੇ, ਇੰਟਰਵਲ ਵਾਲੇ ਬੇਸਿਸ ਤੇ, ਕਿਉਂਕਿ ਦੇਖੋ ਤਿੰਨ ਚਾਰ ਤਰ੍ਹਾਂ ਦਾ ਕੁਐਸਚਨ ਬਣ ਸਕਦਾ ਹੁੰਦਾ ਹੈ, ਜਾਂ ਤਾਂ ਇੰਡੀਵਿਜੂਅਲ ਸੀਰੀਜ਼ ਤੇ ਕੁਐਸਚਨ ਬਣੂਗਾ ਜਾਂ XI FI ਤੇ ਬਣੂਗਾ। ਸੋ ਦਿਸ ਕਾਈਂਡ ਆਫ ਕੁਐਸਚਨਸ ਯੂ ਵਿਲ ਸੀ ਇਨ ਦ ਐਗਜ਼ਾਮ, ਐਂਡ ਵਨ ਆਫ ਦ ਇੰਪੋਰਟੈਂਟ ਟॉपिक इज टुडे covariance. So correlation or covariance both are important, and you can see of as now on the board. Okay, done. Let's move further. ਹੁਣ ਕਲਾਸ ਦੋ ਗੱਲਾਂ ਹੁੰਦੀਆਂ ਨੇ ਕੋਵੇਰੀਐਂਸ ਦੇ ਵਿੱਚ, ਜੋ ਇੰਪੋਰਟੈਂਟ ਧਿਆਨ ਦੇਣ ਵਾਲੀ ਗੱਲ ਹੈ। ਅਗਰ ਤੁਹਾਨੂੰ ਕੁਝ ਵੀ ਨਹੀਂ ਕਿਹਾ ਲਾਈਕ ਵਾਟ, ਮਤਲਬ ਇਹ ਨਹੀਂ ਕਿਹਾ ਕਿ ਇਹ ਜਿਹੜਾ ਕੋਵੇਰੀਐਂਸ ਹੈ ਇਹ ਪੋਪੂਲੇਸ਼ਨ ਦਾ ਕੋਵੇਰੀਐਂਸ ਹੈ ਜਾਂ ਸੈਂਪਲ ਦਾ ਕੋਵੇਰੀਐਂਸ ਹੈ। ਹੁਣ ਕੋਵੇਰੀਐਂਸ ਦੋ ਤਰ੍ਹਾਂ ਦੇ ਹੁੰਦੇ ਨੇ, ਅੱਗੇ ਜਿਹੜਾ ਮੇਰੀ ਗੱਲ ਧਿਆਨ ਨਾਲ ਸੁਣਨਾ, ਫਿਰ ਆਪਾਂ ਅੱਗੇ ਵਧਦੇ ਹਾਂ। ਦੇਖੋ ਇਸ ਕੁਐਸਚਨ 'ਚ ਕੁਝ ਨਹੀਂ ਕਿਹਾ, ਸਿੰਪਲ ਕਿਹਾ ਕੈਲਕੂਲੇਟ ਕਰੋ ਕੋਵੇਰੀਐਂਸ। ਅਗਰ ਤੁਹਾਨੂੰ ਐਵੇਂ ਕੋਈ ਡਾਟਾ ਦੇ ਕੇ ਰੈਂਡਮਲੀ x ਦੀ ਵੈਲਿਊ ਦੇ ਕੇ, ਠੀਕ ਹੈ, ਇਸ ਤਰ੍ਹਾਂ y ਦੀ ਵੈਲਿਊ ਦੇ ਕੇ, ਤੇ ਜਸਟ ਆਸਕ ਫॉर ਕੋਵੇਰੀਐਂਸ, then do one thing what we have done yet, ऐना कर दो, कोवेरिएंस आ जाऊगा, ठीक है। सो कोवेरिएंस ਤੁਹਾਡੇ ਸਾਹਮਣੇ ਹੈ ਸਕਰੀਨ ਦੇ ਉੱਪਰ, तो ਤੁਸੀਂ ਕੋਵੇरिएंस ਕਰ ਸਕਦੇ ਹੋ। ਬਟ ਰਾਜੇ ਕੋਵੇरिएंस ਨਾ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਪੋਪੂਲੇਸ਼ਨ ਦਾ, ਇੱਕ ਸੈਂਪਲ ਦਾ। ਮਤਲਬ ਵਾਟ ਇਜ਼ ਡਿਫਰੈਂਸ ਬਿਟਵੀਨ ਪੋਪੂਲੇਸ਼ਨ ਐਂਡ ਸੈਂਪਲ ਕੋਵੇरिएंस। ਦੇਖੋ ਆਪਾਂ ਗੱਲ ਕੀਤੀ ਸੀ ਪਹਿਲੇ ਦਿਨ, ਸ਼ਾਇਦ ਪਤਾ ਦੂਜੇ ਦਿਨ, ਮੈਨੂੰ ਯਾਦ ਨਹੀਂ ਇਸ ਤਰ੍ਹਾਂ, ਬਟ ਇੱਕ ਵਾਰ ਚੈੱਕ ਕਰ ਲਿਓ, ਵੀਡੀਓ ਹੈਗੀ ਹੈ, ਕਿ ਜਦੋਂ ਆਪਾਂ ਸਟੈਟਿਸਟਿਕਸ ਯੂਜ਼ ਕਰਦੇ ਹਾਂ, ਸਟੈਟਿਸਟਿਕ ਇਸ ਤਰ੍ਹਾਂ ਯੂਜ਼ ਹੁੰਦਾ ਹੈ ਕਿ ਆਪਾਂ ਨੇ ਸੈਂਪਲ ਸਾਈਜ਼ ਕੱਢਣਾ ਹੁੰਦਾ ਹੈ, ਠੀਕ ਹੈ। ਸੈਂਪਲ ਕਿਆ ਹੁੰਦਾ ਹੈ, ਹੁਣ ਆਪਣੇ ਕੋਲ ਇੱਕ ਬਹੁਤ ਬੜਾ ਵਿਲੇਜ ਹੈ, ਉੱਥੇ ਮੰਨ ਲਓ 10,000 ਲੋਕਾਂ ਦੀ ਪੋਪੂਲੇਸ਼ਨ ਹੈ। ਹੁਣ ਮੈਂ 10,000 ਲੋਕਾਂ ਤੋਂ ਕਿਸੇ ਪ੍ਰੋਡਕਟ ਦਾ ਸਰਵੇ ਨਹੀਂ ਕਰ ਸਕਦਾ, ਮੈਂ 10,000 ਚੋਂ ਕੋਈ 100 ਜਾਂ 1000, 10% ਕਹਿ ਲਓ, 1000 ਵਿਅਕਤੀ ਚੂਜ਼ ਕਰਾਂਗਾ ਕੋਈ ਵੀ ਰੈਂਡਮਲੀ, ਉਹਨਾਂ 1000 ਵਿਅਕਤੀਆਂ ਤੋਂ ਉਸ ਪ੍ਰੋਡਕਟ ਬਾਰੇ ਡਿਟੇਲ ਸ਼ੇਅਰ ਕਰ ਲਾਂਗਾ, ਠੀਕ ਹੈ, ਜਾਂ ਐਕਸਪੀਰੀਅੰਸ ਲੈ ਲਾਂਗਾ। ਦੈਨ ਵਟ ਆਈ ਗੈਟ, ਉਹਨੂੰ ਆਪਾਂ ਸੈਂਪਲ ਕਹਾਂਗੇ। ਸੋ ਇਨ ਸ਼ਾਰਟ ਕਹਿਣ ਦਾ ਮਤਲਬ ਇਹ ਹੋਏਗਾ, ਜਦੋਂ ਆਪਾਂ ਸੈਂਪਲ ਦੀ ਗੱਲ ਕਰਦੇ ਹਾਂ ਤਾਂ एंटायर स्पेस जो कुछ छोटा जा चूज करना, दैट इज कॉल्ड सैंपल, ठीक है। अपने को एक एंटायर पॉपुलेशन है, एंटायर ग्रुप ऑफ पीपल है, उस चो कुछ सिलेक्ट करना, ਉਹਨੂੰ सैंपल कहने हैं। अगर ਤੁਹਾਡੇ ਕੋਲ ਕੁਝ ਵੀ ਮੈਂਸ਼ਨ ਨਹੀਂ ਹੁੰਦਾ ਕਿ ਆਪਾਂ ਕਿਵੇਂ ਕਰ ਰਹੇ ਹਾਂ, ਦੈਨ ਆਪਾਂ ਕੋਵੇਰੀਐਂਸ ਲਿਖਿਆ ਆਇਆ ਕਿ ਕੈਲਕੂਲੇਟ ਦਾ ਕੋਵੇਰੀਐਂਸ ਆਫ ਫੋਲੋਇੰਗ ਡਾਟਾ, ਉਹਨਾਂ ਨੇ ਲਿਖਿਆ ਹੀ ਨਹੀਂ ਕਿ ਐਂਟਾਇਰ ਸੈਟ ਹੈ, ਪੋਪੂਲੇਸ਼ਨ ਹੈ, ਸੈਂਪਲਡ ਹੈ, ਤਾਂ ਤੁਸੀਂ ਜਿਵੇਂ ਮੈਂ ਸਿਖਾਇਆ ਉਸ ਤਰ੍ਹਾਂ ਹੀ ਫੋਲੋ ਅਪ ਕਰੋਗੇ, ਠੀਕ ਹੈ ਜੀ। बट अगर उन्होंने तुहानू कुछ मैंशन किया, एक वर्ड लिखिया कि सैंपल्ड कोवेरिएंस कड्डो या पॉपुलेशन कड्डो, देन थोड़ी अप्रोच अलग होएगी। वो क्या होएगी आप देखते हैं, सिर्फ एक फॉर्मूला चेंज होगा हल्का जा, बाकी तो सब सेम ही रहता है। सो अगर अपने को क्वेश्चन इस तरह आया कि कैलकुलेट द कोवेरिएंस ऑफ एंटायर पॉपुलेशन ऑफ अ स्मॉल फर्म एम्प्लॉय बेस्ड, एक क्वेश्चन आया था PYQ च, ਤਾਂ ਇੱਕ ਕੁਐਸਚਨ ਲਿਖਦੇ ਆ, ਫਿਰ ਆਪਾਂ ਗੱਲ ਕਰਦੇ ਹਾਂ, ਠੀਕ ਹੈ, ਕਿ ਕੀ ਫਰਕ ਹੋਏਗਾ। ਪਹਿਲਾਂ ਆਪਾਂ ਕਰਾਂਗੇ ਪੋਪੂਲੇਸ਼ਨ ਕੋਵੇਰੀਐਂਸ, ਦੇਨ ਆਪਾਂ ਕਰਾਂਗੇ ਸੈਂਪਲਡ ਕੋਵੇਰੀਐਂਸ, ਠੀਕ ਹੈ ਜੀ। ਪਹਿਲਾਂ ਮੇਰੀ ਗੱਲ ਸੁਣਨੇ, ਇੰਨੀ ਗੱਲ ਸਮਝ ਆ ਗਈ। पॉपुलेशन क्या, एंटायर साइज, सैंपल क्या, उस पॉपुलेशन ਚ ਇੱਕ ਛੋਟਾ ਸੈਂਪਲ ਚੱਕ ਕੇ ਸਟੱਡੀ ਕਰਨਾ। ਸੋ ਇਹ ਦੋ ਫਰਕ ਹੁੰਦੇ ਨੇ। ਹੁਣ ਜਿਵੇਂ ਆਪਾਂ ਗੱਲ ਕਰੀਏ ਪਟਿਆਲਾ ਐਗਜ਼ਾਮਪਲ, ਜਾਂ ਲੁਧਿਆਣਾ, ਠੀਕ ਹੈ, ਜਾਂ ਚੰਡੀਗੜ੍ਹ, ਇਹ ਤਿੰਨ ਬੜੇ ਸ਼ਹਿਰ ਨੇ ਐਗਜ਼ਾਮਪਲ ਲਾ ਲਓ ਪੰਜਾਬ ਦੇ, ਕਿ ਪਟਿਆਲਾ ਸ਼ਹਿਰ ਹੈ ਇੱਕ, ਉਸ ਸ਼ਹਿਰ ਦੇ ਵਿੱਚ ਕਿੰਨੇ ਲੋਕ ਰਹਿੰਦੇ ਨੇ, ਕਿੰਨੇ ਲਿਟਰੇਟ ਨੇ, ਕਿੰਨੇ ਇਲਿਟਰੇਟ ਨੇ, ਕਿੰਨੇ ਪੂਅਰ ਨੇ, ਕਿਹੜਾ ਪ੍ਰੋਡਕਟ ਪਸੰਦ ਕਰਦੇ ਨੇ, ਕਿਹੜੀ ਪਾਰਟੀ ਪਸੰਦ ਕਰਦੇ ਨੇ, ਕਿਸ ਨੂੰ ਵੋਟ ਕਰਦੇ ਨੇ, ਕਿਹੜੇ ਵਹੀਕਲ ਤੋਂ ਜ਼ਿਆਦਾ ਪਸੰਦ ਕਰਦੇ ਨੇ, ਕਿੰਨੇ ਕੋਲ 2 ਵੀਲਰਸ ਹੈ, ਕਿੰਨੇ ਕੋਲ ਕਾਰ ਹੈ, ਸਾਰਿਆਂ ਤੋਂ ਪੁੱਛਣਾ ਪਟਿਆਲੇ ਦੇ ਲੋਕਾਂ ਨੂੰ। ਇਹ ਹੋ ਗਿਆ ਐਂਟਾਇਰ ਪੋਪੂਲੇਸ਼ਨ। ਹੁਣ ਆਪਾਂ ਕਿਹਾ ਸਾਰਾ ਦਾ ਬਹੁਤ ਮੁਸ਼ਕਿਲ ਹੈ, ਆਪਾਂ ਇਹ ਕੰਮ ਕਰਦੇ ਆ, ਰੈਂਡਮਲੀ ਸਰਵੇ ਕਰਨ ਨਿਕਲਦੇ ਆ ਪਟਿਆਲੇ ਚ, ਜਿਹੜੇ ਪਹਿਲੇ 100 ਲੋਕ ਮਿਲੇ ਰੈਂਡਮਲੀ, ਬਸ ਉਹਨੂੰ ਪੁੱਛ ਲਾਂਗੇ, ਸੈਟ ਬਣਾ ਲਾਂਗੇ, ਦੈਟ ਇਜ਼ ਕਾਲਡ ਸੈਂਪਲ। ਸੋ ਪਹਿਲਾਂ ਦੱਸੋ ਇੰਨੀ ਗੱਲ ਸਮਝੇ ਕਿ ਡਿਫਰੈਂਸ ਕੀ ਹੈ ਸੈਂਪਲ ਦਾ ਤੇ ਐਂਟਾਇਰ ਪੋਪੂਲੇਸ਼ਨ ਦਾ। ਹਾਂਜੀ ਕਲਾਸ ਓਕੇ। ਸੋ ਆਪਾਂ ਐਗਜ਼ਾਮ ਦੇ ਵਿੱਚ ਅਗਰ ਕੁਝ ਮੈਂਸ਼ਨ ਨਹੀਂ ਹੈ ਤਾਂ ਡਾਇਰੈਕਟ ਕਰਾਂਗੇ ਪੋਪੂਲੇਸ਼ਨ ਕਾਊਂਟ ਦੇ ਉੱਪਰ, ਆਪਾਂ ਡਾਇਰੈਕਟ ਲਿਖ ਚਲਾਂਗੇ ਜਿਵੇਂ ਕੋਵੇਰੀਐਂਸ ਆ ਕੱਢਿਆ। बट अगर हाँ मेंशन्ड है then एक अलग स्ट्रेटजी है, क्या होगी लेट्स सी। ओके जी, यस, हाँ जी। सो क्वेश्चन में आया कि कैलकुलेट कोवेरिएंस, बस इतना आया,
ਤਾਂ ਕੋਈ ਆਪਾਂ ਸੈਂਪਲ ਨਹੀਂ ਸੋਚਣਾ, ਕੋਈ ਇੰਟਾਇਰ ਨਹੀਂ ਸੋਚਣਾ, ਕੋਈ ਪੋਪੂਲੇਸ਼ਨ ਨਹੀਂ, ਡਾਇਰੈਕਟ ਜਿਵੇਂ ਸਿਖਾਇਆ ਕਰ ਦੇਣਾ। ਬਟ ਇਫ ਦੇ ਮੈਂਸ਼ਨ calculate covariance for entire population of employees in a small firm, in a small firm, ठीक है। देन आप सोचेंगे कि हाँ ठीक है, उन्हें की कहा कैलकुलेट कोवेरियंस फॉर एंटायर पॉपुलेशन, लिखा है वर्ड एंटायर पॉपुलेशन, मतलब एक पॉपुलेशन वाला सैंपल्ड, एक पॉपुलेशन वाली कोवेरियंस है। ਇੱਥੇ ਸੈਂਪਲ ਲਿਖਿਆ ਹੋਏਗਾ, ਇੱਥੇ ਪੋਪੂਲੇਸ਼ਨ ਲਿਖਿਆ ਹੋਏਗਾ, ਤਾਂ ਫਰਕ ਹੀ ਥੋੜਾ ਪਹਿਲਾਂ ਦੇਖਦੇ ਹਾਂ ਆਪਾਂ। ਤਾਂ ਆਪਾਂ ਦਿੱਤਾ ਹੋਇਆ ਹੈ ਹੁਣ x ਦੀ ਵੈਲਿਊ ਦਿੱਤੀ ਹੋਈ ਹੈ, ਇਹ ਦੱਸ ਰਿਹਾ ਹੈ एक्सपीरियंस इन ईयर्स, मतलब 2 एम्प्लॉय ऐसे हैं, ठीक है जी, 2 साल ਦਾ ਐਕਸਪੀਰੀਅੰਸ ਹੈ ਕਿ EMPLOYEES ਨੂੰ, ਕਈਆਂ ਨੂੰ 4 ਸਾਲ ਦਾ ਐਕਸਪੀਰੀਅੰਸ ਹੈ, 6 ਸਾਲ ਦਾ, 8 ਸਾਲ ਦਾ। मतलब एक्स डाटा शो कर रहा है कि जिन्हें पहला एम्प्लॉय चक्या उन्हें 2 साल का एक्सपीरियंस है, दूसरे चक्या उन्हें 4 साल का एक्सपीरियंस है, फिर 6 साल का, फिर 8 साल का एक्सपीरियंस है। ओके, दैन एक होर चक्या आपने वाई डाटा दिता है इनकम कितनी है उन्होंने, इनकम के ऊपर कि जिन्हें 2 साल का एक्सपीरियंस है ਉਹਦੀ ਇਨਕਮ ਦਿੱਤੀ ਹੋਈ ਹੈ 20, ਇਨਕਮ 1000 ਦੇ ਵਿੱਚ ਹੈ 20,000, then 25,000, then 30,000, then 35,000। ਹੁਣ ਆਪਾਂ ਨੇ ਇਸ ਡਾਟਾ ਦਾ ਕੱਢਣਾ ਹੈ ਕੋਵੇਰੀਅੰਸ, ਠੀਕ ਹੈ, ਪੋਪੂਲੇਸ਼ਨ ਕੋਵੇਰੀਅੰਸ मतलब एंटायर पॉपुलेशन ਦਾ। शुरू हो पहला पहला मैंने वही चाहिए डाटा की करोगे, एक्स लिखो, एक्स का मीन कटो, वाई करो, वाई का मीन करो, डिफरेंस लो, डिफरेंस को मल्टीप्लाई कराओ, उस तक सेम आओ, फिर मैं दस दिया डिफरेंस कितने आएगा। ठीक है, लेट्स स्टार्ट, चलो स्टार्ट क्लास। हाँ जी, लेट्स मेक इट। आप बोर्ड के नाम कर लेने, कैलकुलेशन वेरीफाई हो जाते हैं। सो पहले एक्स लिखांगे, एक्स की कैलकुलेशन है 2, 4, 6, 8, ठीक है। फिर इधर मीन कर लांगे, मीन सब स्टेप सेम है, कोई फर्क ज्यादा फर्क नहीं पैना ना। सम करो इधर, ठीक है जी, मीन आ गया होगा सब का, हाँ ठीक है सर जी, गुड। 4 6 10 2 12 8 20, 20 डिवाइड बाय 4 करांगे, मीन आ गया 5, ठीक है। ਇਹਨੂੰ ਆਪਾਂ ਮਿਊ ਐਕਸ ਨਾਲ ਲਿਖਦੇ ਆ, ਮੀਨ ਨੂੰ ਨਾ ਤੁਹਾਨੂੰ ਦੱਸਦਾ ਐਕਸ ਬਾਰ ਨਾਲ ਲਿਖਦੇ ਆ, ਮਿਊ ਐਕਸ ਨਾਲ ਲਿਖਦੇ ਆ, ਤਾਂ ਕਹਿੰਦੇ ਰਾਈਟ ਲਾਈਕ xi ਮਾਈਨਸ ਮਿਊ ਐਕਸ ਇੱਕੋ ਗੱਲ है ना, एक्स बार पा लो या म्यू एक्स पा लो, इनको बोलते क्या है म्यू एक्स, ठीक है, वेरी गुड। और 5 माइनस करांगे एम वाई का, फिर वाई की वैल्यू लिख लो 20 25 30 35, इस तरह। हाँ जी, इस तरह। सो इधर भी सम करांगे, समेशन एक्स आई था, समेशन वाई आई करा, ठीक है जी। तब 5 5 10 0 1 कोरे 2 3 4 5 6 7 8 9 10 11, देखो ये चीज आ रही है, ठीक है जी। इधर भी मीन कर दो, म्यू वाई कह सकते हैं आप इसमें, म्यू वाई होएगा 110 बाय 4, पहला अगर आप गल करिए डिवाइड करेंगे इसमें 4 2 ते गया 8 3 बचा 0, ठीक है, 7 चौका 28 7 पे जाएगा, ठीक है, 7 चौका 28 2 बचा 5 20 लगे सही 5, ठीक है संजीव जी, फिर दोनों आंसर सही ने। बाकी देख लो भाई क्लास ऑनलाइन, कोई और डाउट किसी ने बेटा, तो बहुत सिंपल चीज होगी थोड़े लिए, मेरे लिए लगता नहीं कोई बड़ी चीज होगी हूँ। सो हो जाएगा ये, देन वाई आई माइनस म्यू वाई कर लो, पेपर तुसी बार भी लिख सकते हो, म्यू भी लिख सकते हो, डज नॉट रियली मैटर, गॉट इट, ये मैटर नहीं करता। देन तुसी होई लॉन्ग टेबल एक्स आई माइनस म्यू एक्स द प्रोडक्ट
वाई आई माइनस म्यू आई। ठीक है जी, ठीक है। जय जयवीर, गुड। बाकी देखो प्रकाश, कोई डाउट लग रहा है किसी में? सो वाई आई माइनस म्यू आई, एक्स आई माइनस म्यू आई, प्लीज मेक इट राउंड। ਇੱਥੇ ਆਪਣੇ ਕੋਲ ਹੈ 5, 2 ਮਾਈਨਸ 5, 2 ਚੋਂ 5 ਗਿਆ ਮਾਈਨਸ 3, 4 ਚੋਂ 5 ਗਿਆ ਮਾਈਨਸ 1, 6 ਚੋਂ 5 ਗਿਆ 1, 8 ਚੋਂ 5 ਗਿਆ 3। ਠੀਕ ਹੈ ਜੀ। ਤੇ ਉਸ ਤੋਂ ਬਾਅਦ ਆਪਣੇ ਕੋਲ ਆਇਆ ਜਿਹੜਾ ਟੇਬਲ ਹੈ 27.5, ਵੀ ਜੋ 27.5 ਗਿਆ ਮਾਈਨਸ 7.5, 25 ਹੋ ਗਿਆ ਮਾਈਨਸ 2.5, 30 ਹੋ ਗਿਆ 2.5, 35 ਹੋ ਗਿਆ 7.5 पॉजिटिव। चेक कर लो प्लीज, कोई डाउट लगता है एक बार चेक कर लो। सो पहली ऑब्जर्वेशन है 2 4 6 8 थी, ठीक है, ਉਹਦੇ ਅਕੋਰਡਿੰਗਲੀ -3 -1 1 3। देन है 20 25 30 ਦੀ, ਉਹਦੇ ਅਕੋਰਡਿੰਗਲੀ -7.5 -2.5 2.5 7.5। नाउ लेट मल्टीप्लाई डिफरेंसेस, आ वाला है जनाब। ठीक है, डिफरेंसेस ਨੂੰ मल्टीप्लाई करना शुरू करो, यू विल गेट द आंसर। नेगेटिव नेगेटिव प्लस हो जाएगा। पहली ऑब्जर्वेशन आ रही है 7.5 तो 3 7 21 ਤੇ ਉਧਰੋਂ ਕੱਢ ਕੇ 22.5। ਦੇਖੋ ਇਹ ਆ ਸਭ ਦੀ ਪਹਿਲੀ। then ਉਸ ਤੋਂ ਬਾਅਦ ਇਹਦਾ ਸੇਮ ਆ ਜਾਏਗੀ 2.5 ਦੀ, ਇਹ ਵੀ ਸੇਮ ਆ ਜਾਏਗੀ ਕਿ 1 ਨਾਲ ਮਲਟੀਪਲਾਈ ਕਰਨਾ ਹੈ। 2.5 ਦੀ ਇਹ ਵੀ ਉਹੀ ਆ ਜਾਏਗਾ 22.5। ਇਹਦਾ ਕਰ ਲਓ ਸਮੇਸ਼ਨ, xi माइनस म्यू एक्स, वाई आई माइनस म्यू वाई। ठीक है जी, सम कर लो। हाँ जी, 5 10 15 20, 20 ਦੀ 0, 2 ऊपर 2 4 8, 2 4 6 8 10, 0 डेसिमल ऊपर 2 4 5। फिफ्टी, सम 50 आ गया। ठीक है जी, नाउ कोवेरियंस आ जाएगा इतने। कोवेरियंस कट रहे हैं पास एंटायर पॉपुलेशन, एंटायर। ਹੁਣ ਕਿਆ ਸਰ ਐਂਟਾਇਰ ਕੋਈ ਫਰਕ ਹੈ ਬੰਦਾ ਕਹਿੰਦਾ ਹੈ, ਜਾਂ ਸੈਂਪਲ ਚ ਕੋਈ ਫਰਕ ਹੋਏਗਾ? ਤਾਂ ਅਗਰ ਤੁਸੀਂ ਐਂਟਾਇਰ ਦਾ ਕੱਢਣ ਜਾਓਗੇ ਤਾਂ ਕੋਈ ਫਰਕ ਨਹੀਂ ਪੈਣਾ। ਜੋ ਆਪਾਂ ਕਰ ਰਹੇ ਥੇ ਹੋਗੀ 50 डिवाइड बाय 4, 12.5। ओके डन हो गया। ठीक है जी, ਹੁਣ ਜੇ ਇसी ਦਾ ਸੈਂਪਲ ਕਰ ਰਹੇ ਹੁੰਦੇ ਫਿਰ ਕੀ ਕਰਦੇ, ਉਹ ਸਮਝਣ ਲਈ ਗੱਲ ਹੈ। ਠੀਕ ਹੈ, ਜੇ ਇਹਦਾ ਸੈਂਪਲ ਕਰ ਰਹੇ ਹੁੰਦੇ ਆਪਾਂ, ਸੈਂਪਲ ਵਾਲੇ ਚ ਫਾਰਮੂਲਾ ਹੁੰਦਾ ਇੱਥੇ ਇੱਕ ਆਬਜ਼ਰਵੇਸ਼ਨ ਘੱਟ ਲੱਗੀ। ਦੇਖੋ ਜਿਹੜਾ ਐਂਟਾਇਰ ਸੈਟ ਆਫ ਪੋਪੂਲੇਸ਼ਨ ਹੈ ਉਹਦੇ ਵਿੱਚ ਜਿਹੜਾ ਕੋਵੇਰੀਅੰਸ ਦਾ ਫਾਰਮੂਲਾ ਹੁੰਦਾ ਹੈ xi ਮਾਈਨਸ x ਬਾਰ ਦਾ ਪ੍ਰੋਡਕਟ yi ਮਾਈਨਸ y ਬਾਰ ਬਾਈ n, n ਮਤਲਬ ਨੰਬਰ ਆਫ ਆਬਜ਼ਰਵੇਸ਼ਨਸ। ਅਗਰ ਤੁਸੀਂ ਸੈਂਪਲ ਦਾ ਕੱਢ ਰਹੇ ਹੋ, ਸੈਂਪਲ ਦਾ ਕੱਢ ਰਹੇ ਹੋ ਤਾਂ ਫਾਰਮੂਲਾ ਹੈ xi माइनस एक्स बार वाई आई माइनस वाई बार एन माइनस वन। बस ये फर्क पड़ता है, एन माइनस वन। दिस इज द डिफरेंस ऑफ सैंपल्ड। ठीक है जी, अगर आप गल करिए फॉर सैंपल्ड पॉपुलेशन। डाउट क्लियर होया प्लीज चेक करो। हाँ जी क्लास ओके है, प्लीज चेक कर लो, कोई डाउट है बोल सकते हो। ओके जी, ठीक है। देखो मैं थोड़ा जा बाकी टीचर्स नालों अलग चल रहे हैं, मतलब मैं ऑब्वियसली थोड़ा ਜਿਹਾ ਗੋ ਥਰੂ ਹੋਇਆ ਥਾ ਆਨਲਾਈਨ ਕਿ ਕਿਵੇਂ ਚੱਲ ਰਿਹਾ ਹੈ ਬਾਕੀ ਟੀਚਰਸ ਦਾ ਕਨਸੈਪਟਸ। ਤਾਂ ਮੋਸਟਲੀ ਪ੍ਰੈਕਟਿਸ ਦੇ ਉੱਪਰ ਹੈ ਕਿ ਆਪਾਂ ਪ੍ਰੈਕਟਿਸ ਕਿੰਨੀ ਕਰਦੇ ਆ। ਹਾਂ ਐਵਰੀ ਟੀਚਰ ਹੈ ਨਾ ਆਪਣੇ ਮੇਰੇ ਅੱਛਾ ਹੀ ਕਰਾਉਂਦਾ ਬਹੁਤ ਜ਼ਿਆਦਾ, ਬਟ ਮੈਨੂੰ ਲੱਗਦਾ ਕਿ ਥੋੜਾ ਪ੍ਰੈਕਟਿਸ ਕੁਐਸਚਨਸ ਘੱਟ ਹੁੰਦੇ ਨੇ ਅਗਰ ਤੁਸੀਂ YouTube ਚੈਨਲ ਤੇ ਜਾ ਕੇ ਦੇਖਦੇ ਵੀ ਹੋ। ਬਟ ਲਾਂਚਪੈਡ ਆਈਐਸ ਵੱਲੋਂ ਸਟ੍ਰਿਕਟਲੀ ਇਹ ਰੱਖਿਆ ਗਿਆ ਕਿ ਤੁਸੀਂ ਕਲਾਸ 'ਚ ਇੰਨੀ ਪ੍ਰੈਕਟਿਸ ਕਰੋ। ਸਾਡੇ ਆਫਲਾਈਨ ਸਟੂਡੈਂਟਸ ਵੀ ਪੜ੍ਹ ਰਹੇ ਨੇ ਨਾਲ ਨਾਲ, ਠੀਕ ਹੈ, ਆਨਲਾਈਨ ਵੀ ਤੁਸੀਂ ਬੈਠੇ ਹੋ ਤੇ YouTube ਚੈਨਲ ਤੇ ਵੀ ਦੇਖ ਰਹੇ ਹੋ। ਮੇਰੀ ਔਰ ਲਾਂਚਪੈਡ ਆਈਐਸ ਦੀ ਪੂਰੀ ਟੀਮ ਵੱਲੋਂ ਕੋਸ਼ਿਸ਼ ਇਹ ਹੁੰਦੀ ਹੈ
ਕਿ ਤੁਹਾਨੂੰ ਬਾਅਦ ਚੋਂ ਇਸ ਦੇ ਉੱਪਰ ਆਪਣਾ ਟਾਈਮ ਵੇਸਟ ਨਾ ਕਰਨਾ ਪਏ, ਤੁਸੀਂ ਆਪਣਾ ਬਾਕੀ ਜਿਹੜੇ ਸਬਜੈਕਟਸ ਨੇ GS 1 2 3 4 ਦੇ ਉਹਨਾਂ ਤੇ ਫੋਕਸ ਕਰ ਸਕੋ। ਤਾਂ ਜੋ ਸਟੈਟਸ ਹੈ, ਜਿੰਨੀ ਦੇਰ ਕਲਾਸ 'ਚ ਆਏ ਹੋ ਜਾਂ ਜਿੰਨੀ ਦੇਰ ਤੁਸੀਂ ਆਨਲਾਈਨ ਸੁਣ ਰਹੇ ਹੋ ਜਾਂ ਜਿੰਨਾ ਵੀ ਟਾਈਮ ਤੁਸੀਂ YouTube ਤੇ ਸਾਡੇ ਚੈਨਲ ਨੂੰ ਦੇਖੋਗੇ ਲਾਂਚਪੈਡ ਆਈਐਸ ਦੇ, ਤਾਂ ਤੁਹਾਨੂੰ ਉਨੇ 'ਚ ਹੀ ਸਫੀਸ਼ੀਐਂਟ ਤਿਆਰੀ ਹੋ ਜੇ ਔਰ ਬਾਅਦ ਚੋਂ ਇਸ ਸਬਜੈਕਟ ਲਈ ਜਾਂ ਇਸ ਪੋਰਸ਼ਨ ਲਈ ਤੁਹਾਨੂੰ ਜ਼ਿਆਦਾ ਸੋਚਣਾ ਨਾ ਪਏ। ਸੋ ਦੈਟਸ ਵਾਈ ਸ਼ਾਇਦ ਮਤਲਬ ਕਈ ਵਾਰ ਮੇਰੀ ਵੀਡੀਓਜ਼ ਇਸ ਤਰ੍ਹਾਂ ਨੇ ਕਿ ਜਿਵੇਂ ਇੱਕ ਕੋਰਿਲੇਸ਼ਨ ਦੀ ਵੀਡੀਓ ਤਾਂ ਪੂਰੀ ਵੀਡੀਓ ਕੋਰਿਲੇਸ਼ਨ ਤੇ ਹੈ, ਅੱਜ ਕੋਵੇਰੀਅੰਸ ਤੇ ਹੈ ਤਾਂ ਕੋਵੇਰੀਅੰਸ ਤੇ ਹੈ। ਉਹਦਾ ਜਸਟ ਕਾਰਨ ਇੰਨਾ ਕੁ ਹੈ, ਇਹਦਾ ਸਿੰਪਲ ਕਾਰਨ, ਤਾਂ ਕਿ ਤੁਸੀਂ ਇੱਕ ਵੀਡੀਓ ਲਗਾਓ ਕੰਪਲੀਟ ਖਤਮ। ਇਹ ਨਹੀਂ ਕਿ ਇੱਕ ਵੀਡੀਓ 'ਚ ਮੈਂ 10 ਕੁਐਸਚਨ ਕਰਵਾ ਦਾਂ ਤਰ੍ਹਾਂ ਦੇ ਅਲੱਗ-ਅਲੱਗ, ਲਾਈਕ ਇੱਕੋ ਵੀਡੀਓ में ਮੀਨ ਮੀਡੀਅਨ ਮੋਡ ਕੋਵੇਰੀਅੰਸ ਮੈਂ ਵੀ ਕਰਵਾ ਸਕਦਾ, ਕੋਈ ਐਡੀ ਗੱਲ ਨਹੀਂ ਹੈ, ਇਟਸ ਵੈਰੀ ਸਿੰਪਲ ਚੀਜ਼। ਬਟ ਉਹਦਾ ਨੁਕਸਾਨ ਤੁਹਾਨੂੰ ਇਹ ਹੋਊਗਾ ਕਿ ਤੁਸੀਂ ਇੱਕ ਵੀਡੀਓ ਲਗਾਉਣ ਤੋਂ ਬਾਅਦ ਇੱਕ ਤਾਂ ਪ੍ਰੈਕਟਿਸ ਲਈ ਥੋੜਾ ਉਲਝੋਗੇ, ਇੱਕ ਕਲੈਰਿਟੀ ਉਨੀ ਨਹੀਂ ਆਉਂਦੀ। ਹੁਣ ਜਿੰਨੇ ਮੇਰੇ ਨਾਲ ਪ੍ਰੈਕਟਿਸ ਕਰਦੇ ਹੋ ਸ਼ਾਇਦ ਜੋ ਮੈਨੂੰ ਫੀਲ ਹੁੰਦਾ ਹੈ, ਚਾਹੇ ਆਫਲਾਈਨ ਬੈਠੇ ਹੋ ਜਿਹੜੇ ਤੇ ਜਿਹੜੇ ਆਨਲਾਈਨ ਹੋ, ਕਿ ਆਫਟਰ ਦਾ ਕਲਾਸ ਨੂੰ ਆਉਂਦਾ ਹੱਥ ਭੱਜਣ ਲੱਗ ਜਾਂਦਾ, ਖੁਦ ਤੋਂ ਹੱਥ ਭੱਜਦਾ ਹੈ। ਔਰ ਹੋਣਾ ਵੀ ਇਹੀ ਚਾਹੀਦਾ ਹੈ ਕਿ ਇੱਕ ਵਾਰ ਟੀਚਰ ਨੇ ਕਰਾਤਾ ਕਲਾਸ 'ਚ ਹੱਥ ਭੱਜਣ ਲੱਗ ਜੇ। ਹੁਣ ਮੇਰੇ ਖਿਆਲ 'ਚ ਤੀਜਾ ਚੌਥਾ ਕੁਐਸਚਨ ਹੈ ਸੇਮ ਤਰ੍ਹਾਂ ਦਾ, ਮੈਂ ਵੀ ਚਾਹਵਾਂ ਤਾਂ ਇੱਕ ਕੁਐਸਚਨ ਕਰਾਇਆ, ਇੱਕ ਹੋਇਆ ਤੇ ਬਸ ਓਕੇ ਹੋ ਗਿਆ। ਬਟ ਉਹ ਫਾਇਦਾ ਨਹੀਂ ਹੈ ਬੱਚੋਂ, ਮਤਲਬ ਪਹਿਲਾਂ YouTube ਤੇ ਟਾਈਮ ਲਗਾਇਆ, ਫਿਰ ਪਰਸਨਲ ਟਾਈਮ ਲਗਾਇਆ, ਫਿਰ ਥੋੜੇ ਟੈਨਸ਼ਨ 'ਚ ਵੀ ਰਹੇ ਯਾਰ ਆ ਤਾਂ ਗਿਆ ਹੱਥ ਨਹੀਂ ਬਣਿਆ। ਤਾਂ ਲਾਂਚਪੈਡ ਆਈਐਸ ਦੀ ਕੋਸ਼ਿਸ਼ ਇਹੀ ਹੈ ਸਾਡੇ ਵੱਲੋਂ ਕਿ ਤੁਹਾਨੂੰ ਇੱਕੋ ਵਾਰ 'ਚ ਇੱਕੋ ਜਗ੍ਹਾ ਕੰਮ ਓਕੇ ਹੋ ਜੇ। ਇਹ ਨਹੀਂ ਕਿ ਪਹਿਲਾਂ ਤੁਸੀਂ ਲੈਕਚਰ ਸੁਣ ਰਹੇ ਹੋ ਫਿਰ ਪ੍ਰੈਕਟਿਸ ਅਲੱਗ ਸੋਚ ਰਹੇ ਹੋ। ਤਾਂ ਇਹਦੇ ਉੱਪਰ ਤਿੰਨ ਚਾਰ ਕੁਐਸਚਨ ਮੈਂ ਕਰਵਾ ਦਿੰਦਾ ਹੁੰਦਾ, ਹਰ ਚੀਜ਼ ਦੇ ਉੱਪਰ ਇੱਕ ਵਾਰ ਹੱਥ ਖੁੱਲ ਗਿਆ ਬਸ ਤੁਸੀਂ ਆਪਣੇ ਨੋਟਸ ਇੱਕ ਵਾਰ ਉੱਪਰੋਂ ਦੇਖੋ ਲਾਸਟ ਟਾਈਮ ਤੇ ਡਨ, ਦ ਜੌਬ ਹੈਵ ਡਨ ਆਪਾਂ ਕਹਿੰਦੇ ਹਾਂ। ਠੀਕ ਹੈ, ਸੋ ਇਸ ਤਰੀਕੇ ਨਾਲ ਹੈ। ਸੋ ਅਗਰ ਲਾਸਟ ਵੀਡੀਓ ਦੇਖ ਰਹੇ ਪੂਰੀ ਕੋਰਿਲੇਸ਼ਨ ਤੇ ਥੀ, ਉਹਦਾ ਕਾਰਨ ਵੀ ਇਹੀ ਹੈ ਅਗੇਨ ਪ੍ਰੈਕਟਿਸ ਹੀ ਨਹੀਂ ਮਿਲ ਜੇ ਕਿ ਯਾਰ ਰੱਟ ਜੇ ਕਲਾਸ 'ਚ। ਠੀਕ ਹੈ, ਹੁਣ ਮੇਰੇ ਖਿਆਲ ਨਾਲ ਤੁਹਾਨੂੰ ਇਹ ਚੀਜ਼ ਰੱਟ ਗਈ ਕਿ ਕਿਆ ਕਰਨਾ ਕੋਵੇਰੀਅੰਸ ਕੁਝ ਵੀ ਨਹੀਂ। ਔਰ ਅਗਰ ਆਪਾਂ ਇੱਕੋ ਤਰ੍ਹਾਂ ਦੇ ਨਾ 5-7 ਕੁਐਸਚਨ ਕਰ ਲੈਂਦੇ ਆ, ਯਕੀਨ ਮੰਨੋ ਤੁਸੀਂ ਉਸ ਤੋਂ ਬਾਅਦ ਡੈਫੀਨਿਟਲੀ ਕਹੋਗੇ ਕਿ ਯਾਰ ਕੁਝ ਵੀ ਨਹੀਂ ਹੈ ਤਾਂ ਮਤਲਬ ਬਹੁਤ ਸੌਖਾ ਪੋਰਸ਼ਨ ਅਗਰ ਆਪਾਂ ਗੱਲ ਕਰੀਏ। ਸੋ ਮੇਰੀ ਫੁੱਲ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਹਾਡੇ ਲਈ ਬਹੁਤ ਈਜ਼ੀ ਰਹੇ। ਓਕੇ, ਹੁਣ ਇਹ ਡਾਟਾ ਹੋ ਗਿਆ ਇੰਟਾਇਰ ਪੋਪੂਲੇਸ਼ਨ ਤੇ। ਇੱਕ ਕੁਐਸਚਨ ਮੈਂ ਤੁਹਾਨੂੰ ਕਰਾ ਦਿੰਦਾ ਹੈ ਸੈਂਪਲਡ ਪੋਰਸ਼ਨ ਤੇ ਵੀ, ਫਿਰ ਆਪਾਂ ਅੱਗੇ ਵਧਦੇ। ਠੀਕ ਹੈ ਜੀ, ਓਕੇ। ਇੱਥੇ ਤੱਕ ਸਾਰਾ ਕਲੀਅਰ ਹੈ ਜੀ, ਕਿਸੇ ਡਾਊਟ ਤਾਂ ਨਹੀਂ ਪਲੀਜ਼? ਹਾਂਜੀ, ਕਲਾਸ ਆਫਲਾਈਨ ਕੋਈ ਡਾਊਟ ਨਹੀਂ, ਜਿਹਦੇ ਬੈਠੇ ਓਕੇ ਹੈ। ਆਨਲਾਈਨ ਤੁਹਾਨੂੰ ਵੀ ਕਲੀਅਰ ਹੈ ਬੱਚੋਂ? ਜਿਹੜੇ YouTube ਦੇਖੋਗੇ ਪਲੀਜ਼ ਇਹਨੂੰ ਚੰਗੀ ਤਰ੍ਹਾਂ ਸੀਰੀਜ਼ ਨੂੰ ਵਾਚ ਕਰੋ, ਤੁਹਾਡੇ ਲਈ ਬਹੁਤ ਹੈਲਪਫੁਲ ਹੈ। ਜੇ ਤੁਹਾਨੂੰ ਕੋਈ ਡਾਊਟ ਆਉਂਦਾ ਤਾਂ ਤੁਸੀਂ ਕਮੈਂਟ 'ਚ ਉਹ ਮੈਂਸ਼ਨ ਕਰ ਸਕਦੇ ਹੋ, ਜਦ ਵੀ ਸਾਨੂੰ ਟਾਈਮ ਲੱਗੇਗਾ ਅਸੀਂ ਜ਼ਰੂਰ ਰਿਪਲਾਈ ਕਰਾਂਗੇ ਉਸ ਤੇ। ਠੀਕ ਹੈ ਜੀ, ਤੁਹਾਡੇ ਡਾਊਟਸ ਕਲੀਅਰ ਕਰਾਂਗੇ। ਔਰ ਅਦਰਵਾਈਜ਼ ਫਿਰ ਵੀ ਡਾਊਟ ਰਹਿੰਦਾ ਹੈ ਤਾਂ ਜਿਹੜੇ ਵੀਡੀਓ ਦੇ ਨੰਬਰ ਫਲੈਸ਼ ਹੁੰਦੇ ਨੇ ਲਾਂਚਪੈਡ ਆਈਐਸ ਦੀ ਟੀਮ ਦੇ, ਤੁਸੀਂ ਉਹਨਾਂ ਨਾਲ ਇੱਕ ਵਾਰੀ ਸੰਪਰਕ ਕਰੋ ਉਸ ਨੰਬਰ ਤੇ। ਠੀਕ ਹੈ ਜੀ, ਤੇ ਕੋਈ ਕੁਐਰੀ ਹੈ ਉਹਨਾਂ ਨੂੰ ਨੋਟ ਕਰਾਓ, ਆਪਣਾ ਰਜਿਸਟਰ ਕਰ ਸਕਦੇ ਹੋ ਫ੍ਰੀ ਆਫ ਕਾਸਟ, ਕੋਈ ਚਾਰजेस ਨਹੀਂ ਹੈ। ਤਾਂ ਤੁਹਾਡੀ ਉਹ ਕੁਐਰੀ ਵੀ ਸੋਲਵ ਹੋਊਗੀ ਜੇ ਔਨ ਕਾਲ ਸੋਲਵ ਕਰਨੀ ਪਏ। ਠੀਕ ਹੈ ਜੀ, ਸੋ ਇਹ ਸਾਰੀ ਫੈਸਿਲਿਟੀ ਤੁਹਾਨੂੰ ਲਾਂਚਪੈਡ ਆਈਐਸ ਦੇ ਰਿਹਾ ਹੈ, ਤਾਂ ਪਲੀਜ਼ ਵਰਕਆਊਟ ਕਰਦੇ ਰਹੋ ਸਾਡੇ ਨਾਲ। ਠੀਕ ਹੈ, ਚਲੋ ਇੱਕ ਕੁਐਸਚਨ ਆਪਾਂ ਕਰ ਲੈਂਦੇ ਹਾਂ ਹੁਣ ਸੈਂਪਲਡ ਪॉपुलेशन पे। तो देखो लिखा आएगा कैलकुलेट कोवेरियंस, कैलकुलेट कोवेरियंस फॉर अ सैंपल्ड, देखो आ गया ना वर्ड सैंपल ऑफ 5 स्टूडेंट। चाहे डाटा 5-6 दिन में रहेगा बट दे यूज द वर्ड सैंपल। अगर वो इतने बोल रहे एंटायर पॉपुलेशन का मतलब तुसी थले n लेना है, अगर सैंपल बोल दे ने n-1 लेना, इन्ना का फर्क है, इन्ने के फर्क मतलब क्वेश्चन गलत या सही हो जाएगा, बस इन्नी गलत थी। ठीक है जी, सो एक क्वेश्चन कर लेने फटाफट नाल, थोड़ा हाथ बहुत तेज चलूगा हुन ते चलो जी आओ। कहने सैंपल दिता होया है, एक स्टूडेंट ने 5 उन्होंने दो सिलेक्टर मान दिते हुए ने, एक दिते ने इकोनॉमिक्स दिते हुए ने, एक दिते हुए ने स्टैट्स ਦੇ ਵਿੱਚ। एक 5 स्टूडेंट्स ने इकोनॉमिक्स ਤੇ ਸਟੈਟ ਚ ਕਿਹੜੇ ਕਿਹੜੇ ਨੰਬਰ ਲਏ। ਠੀਕ ਹੈ ਜੀ, ਹੋਪਫੁਲੀ ਕਲੀਅਰ ਹੋ ਰਿਹਾ ਸਾਰਾ ਨੂੰ। ਸੋ ਇੱਥੇ 45 ਪਹਿਲਾ ਦਿੱਤਾ ਹੈ 45 50 55 60 65। ठीक है, देन ए इक्वल मार्क्स हो गए। देन स्टैट्स के बाद ਦਿੱਤੇ ਹੋਏ ਨੇ 48 52 54 58 62 ਇਹ ਨੰਬਰ ਦਿੱਤੇ ਹੋਏ ਨੇ। ओके क्लास डन। नाउ शुरू हो जाओ, मैंने आंसर चाहिए सबका, चाहे ऑफलाइन चाहे ऑनलाइन, क्विकली करो जरा इस क्वेश्चन। ओके जी, पहला एक्स का सम मेंशन करके एक्स का डिफरेंस ले लांगे।
फिर y लिख के y ਦਾ डिफरेंस ले ਲਾਂਗੇ। ਹੁਣ ਤਾਂ ਹੱਥ ਬਹੁਤ ਭੱਜ ਰਹੇ ਹੋ ਤੇਜ਼, ਤਾਂ ਹੀ ਮੈਂ ਕੈਲਕੂਲੇਸ਼ਨ ਨਹੀਂ ਕਰ ਰਿਹਾ, ਤਾਂ ਕਿ इसको नोट करना जल्दबाजी करे, अपने एंड ਤੇ ਕਰੋ ਤਾਂ ਕਿ ਤੁਹਾਨੂੰ ਪ੍ਰੈਕਟਿਸ ਮਿਲੇ। ਪੇਪਰ ਤੁਸੀਂ ਦੇਣਾ ਇੱਥੇ ਬੈਠ ਕੇ ਬੱਚੋ, ਟੀਚਰ ਵੱਧ ਤੋਂ ਵੱਧ ਹੈਲਪ ਕਰ ਸਕਦਾ, ਗਾਈਡ ਕਰ ਸਕਦਾ ਹੈ, ਪ੍ਰੈਕਟਿਸ ਵੀ ਕਰਵਾ ਸਕਦਾ ਹੈ, ਬਟ ਐਟ ਦਾ ਐਂਡ ਇਟਸ ਯੂ ਐਂਡ ਓਨਲੀ ਯੂ ਜਿਨ੍ਹਾਂ ਨੇ ਐਗਜ਼ਾਮੀਨੇਸ਼ਨ ਚ ਹਾਲ ਚ ਬੈਠ ਕੇ ਇਹ ਚੀਜ਼ਾਂ ਸੋਲਵ ਕਰਨੀਆਂ ਨੇ। ਹਲ संजीव जी शायद 55 आएगा, एक बार चेक कर लो, मेरे अकॉर्डिंग तो 55 दिख रहा है मैनू। जल्दबाजी करो ही ना, मैं कोई जल्दबाजी च नहीं है जी, मैं तो पहला कहा है कि साडी टीम वालों कोशिश ये है कि थोड़े इत्थे ही प्रैक्टिस हो जाए, बाद वाला काम ही खत्म। और लॉन्च पैड की कोशिश भी यही है, यूएसपी भी यही है कि ਵੱਧ ਤੋਂ ਵੱਧ क्वेश्चन क्लास ही करवाए जान, ਤਾਂ ਜੋ स्टूडेंट्स ਨੂੰ प्रैक्टिस ਇੱਥੇ ही मिल सके। हेलो, हाँ जी हाँ 55 होगा जी, मैं तुम पहले कहा था जी, ध्यान ना करो, कोई गल नहीं है, कोई 1 मिनट लग जूगा, पर थोड़े नंबर पक्के हो जाएंगे बढ़िया। ठीक है, ओके लेट्स ऐड देम। क्लास लेट्स ऐड देम, एक्स आई ऐड कर लो, 5 10 15, 5 आ गया 1, 5 10 15, 15 ते 12 27, 275 आ गया। 275 आ, ठीक है जी। ਹੁਣ x ਦਾ ਮੀਨ ਕੱਢਾਂਗੇ, 275 डिवाइड बाय करांगे, ऑब्जर्वेशन कितने ने 5 है, तो आंसर आएगा पहला 5 ਤੇ जाएगा, पहला 5 ਤੇ आएगा, 25 फिर 5 ਤੇ आएगा, 55 है। ठीक है संजीव जी, बाकी तो देखो ध्यान ਨਾਲ चेक करो, क्लास ऑफलाइन ओके, राहुल अगर समझ कोई डाउट तो नहीं है, ओके इधरों गर्ल्स ठीक है, सब लोग ओके। चलो जी, हाँ जी ऑनलाइन आ रहे आंसर, एक्स आ गया, वाई का कर लो प्लीज, वाई आई कर लो, 8 10 14 प्लस 24, 4 2 ऊपर, 2 4 6, 5 11, 5 16, 21 ਤੇ 6 27, 274 ਸਮੇਸ਼ਨ y ਨੂੰ डिवाइड कर देंगे नंबर ऑफ ऑब्जर्वेशन ਨਾਲ, पहला 5 ਤੇ जाए, पहला 5 ਤੇ जाएगा 25, ठीक है 5 आ गया, देन 2 24, 24 जानता नहीं, मतलब 4 ਤੇ आएगा 20, हेलो इस तरह करना, मेरे किसी डाउट आ रहा है, 274 5 इसका कर रहे हैं क्लास, पहला 5 ਤੇ गया 25 24, फिर ये गया 4 ਤੇ 20 40 जीरो लगा के 8 पे, सो आज जाएगा। सो दिस इज योर कैलकुलेशन ऑफ मीन्स। सो कोवेरियंस कट रहे हो, सबसे पहला मीन आना चाहिए। डन हो गया, प्लीज चेक करो। हाँ जी हूँ डिफरेंस टेबल ना हो, फिर मल्टीप्लाई कराओ, करो करो आराम ना करो, कोई दिक्कत नहीं है। पहला आएगा -10 दिख ही रहे हैं, फिर आएगा -5, फिर 0 +5 और 10, इजी था, ठीक है। देन आफ्टर 48 -50 4.8 का आएगा ही आएगा, ना 6 लगेगा ना नेगेटिव आएगा, क्योंकि मेन की वैल्यू बड़ी है। -6.8, 10 52 -2.8 54 ही है, -0.8 देन 58 है, 3.2 देन 7.2, प्लीज चेक करो, कैलकुलेशन चेक करो क्लास सारे। ਇੱਥੇ ਆਪਾਂ ਪ੍ਰੋਡਕਟ ਲਾਂਗੇ,
एक्स आई माइनस एक्स बार वाई आई माइनस वाई, एक्स आई माइनस एक्स बार वाई आई माइनस वाई, म्यू पालो वाई पालो इक्वल है, कोई दिक्कत नहीं। सो होपफुली क्लियर हो रहा है, गुड संजीव जी, ठीक है। देखो आप मल्टीप्लाई कर लेने पहला, -10 नो -6.8 करा के 68 आ जाएगा, 5 नो 2.8 करांगे, ठीक है जी, 14 आ जाएगा, 0 मल्टीप्लाई एनीथिंग 0 हो जाएगा, ठीक है जी, समझ आ रहा है। देन 5 इंटू 3.2 करांगे 16 आ जाएगा, 10 नो 7.2 करांगे 72 आ, सो होपफुली डन। सम कर लो, 8 4 12 18 19 20, 20 ਦੀ ਲੱਗੀ 0 2 6 7 8 9 10 17 170 ਤੱਕ ਕੋਵੇਰੀਅੰਸ ਇੱਥੇ ਆਏਗਾ। ਆਪਾਂ ਸੈਂਪਲ ਦਾ ਕੱਢ ਰਹੇ ਕਲਾਸ, ਅਗੇਨ ਆਈ ਮੈਂਸ਼ਨਿੰਗ ਸੈਂਪਲ ਦਾ, ਤਾਂ 1 ਆਪਾਂ ਲਿਖਾਂਗੇ, ਫਾਰਮੂਲਾ ਲਿਖਾਂਗੇ ਪਹਿਲਾਂ, ਸਮੇਸ਼ਨ एक्स आई माइनस एक्स बार वाई आई माइनस वाई बार डिवाइड बाय n-1। सर n-1 क्यों आया, सैंपल ਤੁਹਾਨੂੰ ਦੱਸਿਆ ਹੀ ਹੈ मैंने, n-1 ਲੱਗਦਾ ਹੈ एंटायर ਦੇ ਵਿੱਚ ਪ੍ਰੋਪਰ ਲੱਗਦਾ ਹੈ, ठीक है जी, राइट ओके। नाउ व्हाट 170 डिवाइड बाय, यानी कितना है, कितने ऑब्जर्वेशन है अपने को, 1 2 3 4 5, 5 से 11 4 डिवाइड कर लो, 42.5 इज द सिंपल आंसर। लगता है कोवेरियंस नहीं भूलते, बाकी जो मर्जी कर, ठीक है, प्रॉपर पक्का हो गया। कोवेरियंस ਦੇ ਉੱਪਰ ਇੱਕ ਪ੍ਰੋਪਰ ਲੈਕਚਰ ਲੱਗ ਗਿਆ, ਤਾਂ ਮੈਂ ਰਿਗਰੈਸ਼ਨ ਦੇ ਵਿੱਚ ਪੰਗਾ ਨਹੀਂ ਪਾਇਆ ਹਲੇ ਅੱਜ, ਕਿਉਂਕਿ ਰਿਗਰੈਸ਼ਨ ਕਰਦੇ ਫਿਰ ਮਿਕਸ ਹੋ ਜਾਂਦਾ। ਸੋ ਕੋਵੇਰੀਅੰਸ ਤੇ ਇਹ ਕੰਮ ਮੇਰੇ ਖਿਆਲ ਨਾਲ ਪ੍ਰੋਪਰਲੀ ਨੂੰ ਸਮਝ ਆ ਗਿਆ ਕਿ ਕੋਵੇਰੀਅੰਸ ਕਿਵੇਂ ਕੱਢਦੇ ਆ ਆਪਾਂ, ਠੀਕ ਹੈ ਜੀ, ਗੁੱਡ, ਆਨਲਾਈਨ ਤੁਹਾਨੂੰ ਸਮਝ ਆ ਗਿਆ ਹੋਪਫੁਲੀ। ਸੋ ਇਸ ਤਰੀਕੇ ਨਾਲ ਆਪਾਂ ਕੋਵੇਰੀਅੰਸ ਕੱਢਦੇ ਹਾਂ। ਸੋ ਜਦੋਂ ਵੀ ਆਪਾਂ ਕੋਵੇਰੀਅੰਸ ਤੇ ਆ ਕੋਰਿਲੇਸ਼ਨ 'ਚ ਆਵਾਂਗੇ ਤਾਂ ਇਸ ਤਰ੍ਹਾਂ ਹੋਏਗਾ। ਹੁਣ ਤੁਹਾਡਾ ਇੱਕ ਰਿਗਰੈਸ਼ਨ ਰਹਿ ਗਿਆ, ਅਗਰ ਤੁਸੀਂ ਰਿਗਰੈਸ਼ਨ ਧਿਆਨ ਨਾਲ ਦੇਖੋਗੇ ਨਾ, ਤਾਂ ਰਿਗਰੈਸ਼ਨ ਵੀ ਇਸ ਤਰ੍ਹਾਂ ਹੀ ਨਿਕਲਦਾ ਹੁੰਦਾ। ਉਹਦੇ 'ਚ ਇੱਕ ਕੁਐਸਚਨ PYQ 'ਚ ਆਇਆ था ਕਿ ਰਿਗਰੈਸ਼ਨ ਲਾਈਨ ਬਣਾਓ ਪਹਿਲਾਂ, ਕਿਆ ਹੁੰਦੀ ਹੈ, ਥੋੜਾ ਬੇਸਿਕ ਮੈਂ ਗੱਲ ਕਰਦਾ, ਫਿਰ ਥੋੜੇ ਆਪਾਂ ਉਸ ਦੇਖਾਂਗੇ। ਰਿਗਰੈਸ਼ਨ ਹੁੰਦਾ ਕਿ x ਦਾ y ਤੇ y ਦਾ x ਤੇ ਕਿਆ ਹੁੰਦਾ, ਰਿਗਰੈਸ਼ਨ ਕਰਦੇ ਆ ਗੱਲ ਉਸ ਤੇ। ਪਰ ਪਹਿਲਾਂ ਮੈਨੂੰ ਦੱਸੋ, ਇੱਥੇ ਕੋਈ ਡਾਊਟ ਹੈ ਪਲੀਜ਼ ਦੇਖੋ, ਇੱਕ ਵਾਰ ਕੋਵੇਰੀਅੰਸ ਕਲੀਅਰ ਹੋਇਆ? हाँ जी क्लास क्लियर, सबने कोवेरियंस क्लियर, गुड। मैं ਤੁਹਾਨੂੰ ਦੋ ਕੁਐਸਚਨ ਦੇ ਰਿਹਾ, ਕਰੋ ਮਤਲਬ ਪ੍ਰੈਕਟਿਸ ਕਰ ਲਿਓ, ਬਾਅਦ ਚੋਂ ਲਿਖ ਲਓ ਪਹਿਲਾਂ, ਫਿਰ ਆਪਾਂ ਦੀ ਗੱਲ। ਜਿਵੇਂ ਆਪਣੇ ਕੋਲ ਇੱਕ ਫਰਮ ਹੈ, ਉਸ ਚ 6 EMPLOYE ਹੈ, ਉਹਨਾਂ ਦਾ ਇੱਕ ਡੇਟਾ ਸ਼ੇਅਰ ਕੀਤਾ ਗਿਆ, ਠੀਕ ਹੈ ਜੀ, ਕਿਸ ਰਿਗਾਰਡਿੰਗਲੀ ਕਿ x ਨੂੰ ਕਿੰਨੇ ਆਵਰ ਲੱਗਦੇ ਨੇ, ਮਤਲਬ x ਹੈ ਨੰਬਰ ਆਫ ਆਵਰਸ ਟ੍ਰੇਨਿੰਗ ਦੇ, y ਹੈ ਪ੍ਰੋਡਕਸ਼ਨ ਆਵਰ ਕਿ ਉਸ ਤੋਂ ਬਾਅਦ ਕਿੰਨਾ ਪ੍ਰੋਡਕਸ਼ਨ ਕੀਤੀ, ਠੀਕ ਹੈ ਜੀ, ਦਿੱਤਾ ਹੋਇਆ ਹੈ 2 4 6 8 10 12, मतलब 2 आवर की ट्रेनिंग तो बाद पहले पर्सन ने 15 प्रोडक्ट बनाए, इन्हें 18 बनाए, इन्हें 20, इन्हें 23, इन्हें 25, इन्हें 28। सो ये कुछ ऑब्जर्वेशन गिवन ने, प्लीज इधर कट लियो कोवेरियंस, ठीक है, केड़ा सैंपल्ड, स्पेशली मेंशनड है कि सैंपल्ड ऑफ 6 एम्प्लॉइज आर गिवन। इस क्वेश्चन का कहने का मतलब की है, इस क्वेश्चन का कहने का मतलब यह है कि ਤੁਹਾਡੇ ਕੋਲ ਇੱਕ ਸੈਟ ਆਫ ਡਾਟਾ ਹੈ, ਇੱਕ EMPLOYEES ਹੈ, ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦਿੱਤੀ ਗਈ, ਜਿਵੇਂ ਪਹਿਲੇ EMPLOYEE ਨੂੰ 2 ਆਵਰ ਟ੍ਰੇਨਿੰਗ ਦਿੱਤੀ ਗਈ ਤਾਂ ਉਹਨੇ 15 ਪ੍ਰੋਡਕਟ ਦੀ ਪ੍ਰੋਡਕਸ਼ਨ ਕਰਤੀ, ਐਵੇਂ ਦੂਜੇ ਨੇ 4 ਚ 18 ਦੀ, 6 ਚ 20 ਦੀ, 8 ਚ 23 ਦੀ, 10 25, 12 ਚ 28। ਸੋ ਦਿਸ is the data related to production and covariance, okay। एक और लिख लो, सेट कर लियो प्रैक्टिस आफ्टर द क्लास। ਹੁਣ ਇਹ ਹੈ एंटायर पॉपुलेशन ਦਾ, एंटायर पॉपुलेशन ਇਹ ਦਿੱਤਾ ਗਿਆ इलेक्ट्रिसिटी कंजम्पशन ਤੇ ਕਿੰਨਾ ਬਿੱਲ ਆ ਰਿਹਾ ਰੁਪੀਸ ਚ। अगर कोई हाउस होल्ड 100 यूनिट कंज्यूम करता है, 150 करता है, 200 करता है,
350 ਤੱਕ ਕੰਜ਼ਿਊਮ 250 ਕੰਜ਼ਿਊਮ ਕਰਦਾ ਹੈ ਤਾਂ ਕੀ ਕੀ ਬਿੱਲ ਆ ਸਕਦਾ ਹੈ? ਉਹਦੇ 400 ਰੁਪਏ 600 ਰੁਪਏ 800 ਰੁਪਏ 1000 ਰੁਪਏ ਤੱਕ ਦਾ ਬਿੱਲ ਆ ਸਕਦਾ ਹੈ। ਠੀਕ ਹੈ ਜੀ, ਇਸ ਤਰ੍ਹਾਂ। ਸੋ ਇਹ ਤੁਸੀਂ ਦੋ ਕੁਐਸਚਨ ਪ੍ਰੈਕਟਿਸ ਕਰ ਲਿਓ ਪਲੀਜ਼। ਇਹ ਕਿਸ ਤੇ ਚੀਜ਼ ਤੇ ਕੁਐਸਚਨ ਨੇ? ਇੱਕ ਹੈ ਐਂਟਾਇਰ ਪੋਪੂਲੇਸ਼ਨ ਦੇ ਉੱਪਰ, ਇੱਕ ਹੈ ਤੁਹਾਡਾ ਸੈਂਪਲ ਦੇ ਉੱਪਰ। ਕੋਵੇਰੀਅੰਸ ਹੁੰਦਾ ਕੀ ਹੈ? ਹੋਪਫੁਲੀ ਸਮਝ ਆ ਗਿਆ। ਕੋਵੇਰੀਅੰਸ ਦੱਸਦਾ ਕਿ ਦੋ ਰੈਂਡਮ ਵੈਲਿਊ ਕਿਵੇਂ ਵੇਰੀ ਕਰਦੇ ਟੁਗੇਦਰ, ਠੀਕ ਹੈ, ਜਦਕਿ ਕੋਰਿਲੇਸ਼ਨ ਵਾਚ ਇੱਕ ਰਿਲੇਸ਼ਨ ਆਪਾਂ ਨੂੰ ਦੱਸਦਾ ਹੈ। ਹਾਂਜੀ ਕਲਾਸ, ਹੋਪਫੁਲੀ ਕਲੀਅਰ ਸਭ ਨੂੰ, ਕੋਈ ਡਾਊਟ ਨਹੀਂ ਹੈ? ਥੈਂਕ ਯੂ ਜੈਵੀਰ, ਥੈਂਕ ਯੂ ਜੀ। ਠੀਕ ਹੈ, ਸੋ ਹੋਪਫੁਲੀ ਇੱਥੇ ਤੱਕ ਦਾ ਸਿਸਟਮ ਤੁਹਾਡਾ ਕਵਰ ਹੋ ਗਿਆ ਕੋਵੇਰੀਅੰਸ ਨਾਲ, ਕੋਰਿਲੇਸ਼ਨਸ ਨਾਲ, ਠੀਕ ਹੈ, ਮੀਡੀਅਨਸ ਨਾਲ, ਮੋਡ ਨਾਲ, ਸਾਰਾ ਕੁਝ। ਹੁਣ ਆਪਾਂ ਅਗਲੀ ਗੱਲ, ਅਗਲੀ ਵੀਡੀਓ ਜਿਹੜੀ ਆਪਣੀ ਨੈਕਸਟ ਕਲਾਸ ਹੋਏਗੀ ਰਿਗਰੈਸ਼ਨ ਤੇ ਕਰਾਂਗੇ। ਤਦ ਤੱਕ ਤੁਸੀਂ ਇਹ ਬਹੁਤ ਅੱਛੀ ਤਰ੍ਹਾਂ, ਠੀਕ ਹੈ ਜੀ, ਰਿਵਾਈਜ਼ ਕਰਕੇ ਰੱਖਿਓ। ਨੈਕਸਟ ਤੁਹਾਨੂੰ ਕਲਾਸ ਜਲਦੀ ਸ਼ੈਡਿਊਲ ਮਿਲ ਜਾਏਗੀ ਤੁਹਾਡੇ ਲਾਂਚ ਪੈਡ ਦੇ ਚੈਨਲ ਤੇ ਉਹਦੇ ਚ ਆਪਾਂ ਸਿਰਫ ਰਿਗਰੈਸ਼ਨ ਦੀ ਗੱਲ ਕਰਾਂਗੇ। ਇੱਕ ਵਾਰੀ ਰਿਗਰੈਸ਼ਨ ਕਵਰ ਹੋ ਗਿਆ, ਬਸ ਫਿਰ ਤਾਂ ਤੁਹਾਡੇ ਕੋਲ ਗ੍ਰਾਫ ਰਹਿ ਗਏ, ਕੋਈ ਵੱਡੀ ਗੇਮ ਨਹੀਂ ਹੈ। ਔਰ ਤੁਹਾਡੇ ਜਿੰਨੇ ਮਾਰਕਸ ਦਾ ਸੈਕਸ਼ਨ ਆਣਾ ਹੈ ਸਟੈਟਸ ਦਾ, ਉਹ 101% ਕਵਰ ਅਪ ਹੋਏਗਾ। ਪੂਰੀ ਇਸ ਗੱਲ ਦੀ ਸਾਡੀ ਟੀਮ ਦੀ ਔਰ ਲਾਂਚ ਪੈਡ ਦੀ ਗਰੰਟੀ। ਠੀਕ ਹੈ ਜੀ, ਸੋ ਥੈਂਕ ਯੂ ਆਲ ਫॉर ਟੁਡੇ। ਆਪਾਂ ਇਸ ਤਰ੍ਹਾਂ ਕੱਲ ਨੂੰ ਕਰਦੇ ਹਾਂ ਕਿ ਅੱਜ ਜਦ ਵੀ ਨੈਕਸਟ ਕਲਾਸ ਸ਼ੈਡਿਊਲ ਹੋਏਗੀ ਤੁਸੀਂ ਉਸ ਟਾਈਮ ਤੁਹਾਨੂੰ ਪਤਾ ਚੱਲ ਜੂਗਾ। ਠੀਕ ਹੈ ਜੀ, ਥੈਂਕ ਯੂ।